ਤਲਵੰਡੀ ਜਾਣਾ। ਭਾਈ ਬਾਲਾ ਬੋਲਿਆ, ਸੱਚੇ ਪਾਤਸ਼ਾਹ ਜੀ, ਜਦ ਜੰਝ ਬੜੀ ਧੂਮਧਾਮ ਨਾਲ ਸੁਲਤਾਨਪੁਰ ਪਹੁੰਚੀ ਤਾਂ ਵਾਜਿਆਂ ਅਤੇ ਹੋਰ ਸਾਜ਼ਾਂ ਦੇ ਵੱਜਣ ਦੀ ਕਨਕੋਰ ਸੁਣ ਕੇ ਪਿੰਡ ਦੇ ਲੋਕ ਵੇਖਣ ਵਾਸਤੇ ਇਕੱਠੇ ਹੋ ਗਏ ਅਤੇ ਬੀਬੀ ਨਾਨਕੀ ਜੀ ਨੂੰ ਘਰ ਘਰ ਤੋਂ ਵਧਾਈਆਂ ਮਿਲਣ ਲੱਗੀਆਂ। ਜਦ ਅੱਗੇ ਅੱਗੇ ਲਾੜਾ ਲਾੜੀ ਤੇ ਉਹਨਾਂ ਦੇ ਨਾਲ ਮਹਿਤਾ ਜੀ ਆਪਣੇ ਸੰਬੰਧੀਆਂ ਨਾਲ ਧਨ ਵਰਖਾ ਕਰਦੇ ਹੋਏ ਘਰ ਦੇ ਨੇੜੇ ਆਏ ਤਾਂ ਅੱਗੋਂ ਹੋਰ ਇਸਤਰੀਆਂ ਨਾਲ ਬੀਬੀ ਨਾਨਕੀ ਜੀ ਨੇ ਦਰਵਾਜ਼ੇ ਵਿੱਚ ਖੜੇ ਹੋ ਕੇ ਲਾੜੇ ਲਾੜੀ ਦਾ ਸਵਾਗਤ ਕੀਤਾ ਅਤੇ ਕੁੱਲ ਰੀਤੀ ਦੀ ਮਰਿਆਦਾ ਕਰਕੇ ਭਰਾ ਭਰਜਾਈ ਨੂੰ ਬੜੇ ਆਦਰ ਨਾਲ ਅੰਦਰ ਲਿਜਾ ਕੇ ਸੁੰਦਰ ਮੰਦਰ ਵਿੱਚ ਨਿਵਾਸ ਕਰਵਾਇਆ। ਜਾਂਝੀਆਂ ਨੂੰ ਵੱਖਰੀ ਜਗ੍ਹਾ ਤੇ ਨਿਵਾਸ ਕਰਾ ਕੇ ਉਹਨਾਂ ਦੀ ਭਲੀ ਭਾਂਤ ਭੋਜਨ ਪਾਣੀ ਦੀ ਸੇਵਾ ਕੀਤੀ। 2-3 ਦਿਨ ਸ਼ਗਨ ਸਕਾਰਥਾਂ ਵਿੱਚ ਲੰਘ ਗਏ ਤਾਂ ਮਹਿਤਾ ਕਾਲੂ ਜੀ ਨੇ ਜੈ ਰਾਮ ਜੀ ਨੂੰ ਕਿਹਾ ਕਿ ਸ਼੍ਰੀ ਨਾਨਕੀ ਜੀ ਦੀ ਮਾਤਾ ਤਲਵੰਡੀ ਆਪਣੇ ਪੁੱਤਰ ਨੂੰਹ ਨੂੰ ਵੇਖਣ ਵਾਸਤੇ ਪ੍ਰੇਮ ਨਾਲ ਉਤਾਵਲੀ ਹੋਵੇਗੀ। ਇਸ ਕਰਕੇ ਸਾਨੂੰ ਉਸ ਦਾ ਮਨੋਰਥ ਪੂਰਾ ਕਰਨ ਵਾਸਤੇ ਸ਼ੀਘਰ ਹੀ ਚੱਲਣਾ ਚਾਹੀਦਾ ਹੈ। ਫਿਰ ਰਾਏ ਬੁਲਾਰ ਨੇ ਵੀ ਤਲਵੰਡੀ ਤੋਂ ਤੁਰਨ ਸਮੇਂ ਮੈਨੂੰ ਆਖਿਆ ਸੀ ਕਿ ਨਾਨਕ ਜੀ ਨੂੰ ਵਾਰ ਜ਼ਰੂਰ ਤਲਵੰਡੀ ਲਿਆਉਣਾ। ਇਹ ਗੱਲ ਸੁਣ ਕੇ ਜੈ ਰਾਮ ਜੀ ਨੇ ਆਖਿਆ ਕਿ ਪਿਤਾ ਜੀ, ਜੇ ਤੁਸੀਂ ਨਾਨਕ ਜੀ ਨੂੰ ਨਾਲ ਲੈ ਜਾਓਗੇ ਤਾਂ ਪਿੱਛੋਂ ਮੋਦੀ ਦੀ ਕਾਰ ਨਹੀਂ ਚੱਲੇਗੀ। ਇੱਥੇ ਲੈਣ ਦੇਣ ਦਾ ਬਹੁਤ ਭਾਰਾ ਕੰਮ ਹੈ, ਜੇ ਇਸ ਨੂੰ ਇਸ ਤੋਂ ਬਿਨਾਂ ਹੋਰ ਕੋਈ ਨਹੀਂ ਸੰਭਾਲ ਸਕਦਾ। ਇਸ ਦੇ ਉੱਤਰ ਵਿੱਚ ਕਾਲੂ ਜੀ ਨੇ ਗੁਰੂ ਨਾਨਕ ਜੀ ਨੂੰ ਸੰਬੋਧਨ ਕਰ ਆਖਿਆ, ਬੇਟਾ ਜੀ, ਤੁਹਾਡਾ ਇੱਕ ਵਾਰ ਤਲਵੰਡੀ ਆਪਣੀ ਮਾਤਾ ਜੀ ਨੂੰ ਮਿਲਣ ਜਾਣਾ ਜ਼ਰੂਰੀ ਹੈ। ਫੇਰ ਭਾਵੇਂ ਛੇਤੀ ਹੀ ਜਦੋਂ ਦਿਲ ਕਰੇ ਸੁਲਤਾਨਪੁਰ ਆਪਣੇ ਕੰਮ ਤੇ ਆ ਜਾਣਾ। ਇਹ ਗੱਲਾਂ ਹੋ ਹੀ ਰਹੀਆਂ ਸਨ ਕਿ ਮੂਲ ਚੰਦ ਚੌਣਾ ਵੀ ਆਪਣੀ ਲੜਕੀ ਨੂੰ ਲੈਣ ਆ ਗਿਆ। ਉਸ ਨੇ ਸਾਰੀ ਗੱਲ ਤਲਵੰਡੀ ਜਾਣ ਦੀ ਅਤੇ ਨਾ ਜਾਣ ਦੀ ਸੁਣ ਕੇ ਆਖਿਆ ਕਿ ਨਾਨਕ ਜੀ ਨੂੰ ਸੁਲਤਾਨਪੁਰ ਹੀ ਰਹਿਣਾ ਚਾਹੇ। ਇਹਨਾਂ ਦਾ ਮੋਦੀ ਦਾ ਕੰਮ ਕਰਨ ਵਾਲਾ ਹੋਰ ਕੋਈ ਨਹੀਂ ਹੈ। ਇਸ ਗੱਲਬਾਤ ਦੇ ਵਿੱਚ ਹੀ ਪਰਮਾਨੰਦ, ਜਿਸ ਦੀ ਗੱਲ ਨੂੰ ਸਾਰੇ ਬੁੱਧੀਮਾਨ ਮੰਨਦੇ ਸਨ, ਬੋਲਿਆ ਕਿ ਜਿਸ ਮਾਤਾ ਦੇ ਇਕਲੌਤੇ ਪੁੱਤਰ ਦਾ ਵਿਆਹ ਹੋਇਆ ਹੋਵੇ ਉਸ ਦੇ ਮਨ ਨੂੰ ਨੂੰਹ ਪੁੱਤਰ ਵੇਖਣ ਤੋਂ ਬਿਨਾਂ ਧੀਰਜ ਕਿਸ ਤਰ੍ਹਾਂ ਆ ਸਕਦੀ ਹੈ। ਉਹ ਤਾਂ ਇੱਧਰ ਹੀ ਅੱਖਾਂ ਲਾਈ ਇਹਨਾਂ ਨੂੰ ਵੇਖਣ ਤੇ ਉਡੀਕ ਰਹੀ ਹੋਵੇਗੀ। ਜਿਸ ਤਰ੍ਹਾਂ ਵੱਛੇ ਤੋਂ ਵਿਛੜੀ ਹੋਈ ਲਵੇਰੀ ਗਊ ਵੱਛੇ ਨੂੰ ਮਿਲਣ ਵਾਸਤੇ ਉਤਾਵਲੀ ਹੁੰਦੀ ਹੈ। ਮੂਲ ਚੰਦ ਨੂੰ ਪਰਮਾਨੰਦ ਨੇ ਆਖਿਆ ਕਿ ਤੇਰੀ ਲੜਕੀ ਦਾ ਇਹ ਪਹਿਲਾ ਫੇਰਾ ਹੈ, ਇਸ ਕਰਕੇ ਇਸ ਦਾ ਸੱਸ ਦੇ ਪਾਸ ਜਾਣਾ ਹੀ ਸ਼ੋਭਦਾ ਹੈ। ਕੁਝ ਦਿਨ ਉੱਥੇ ਰਹਿ ਕੇ ਉਸ ਦੀ ਖੁਸ਼ੀ ਲੈ ਕੇ ਇਹ ਫੇਰ ਵਾਪਸ ਆ ਜਾਣਗੇ। ਪਰਮਾਨੰਦ ਦੀ ਇਹ ਸੋਹਣੀ ਗੱਲ ਸੁਣ ਕੇ ਇਸ ਨੂੰ ਸਾਰੇ ਮੰਨ ਗਏ। ਮੈਨੂੰ ਬਾਲੇ ਨੂੰ ਸਤਿਗੁਰੂ ਜੀ ਨੇ ਆਖਿਆ, ਭਾਈ ਬਾਲਾ, ਅਸੀਂ ਤਲਵੰਡੀ ਨੂੰ ਜਾ ਰਹੇ ਹਾਂ। ਸਾਡੇ ਪਿੱਛੋਂ ਤੂੰ ਮੋਦੀ ਖਾਨਾ ਨੀਚਿਕ ਹੋ ਕੇ ਚਲਾਈ ਜਾਣਾ। ਅਸੀਂ ਆਣ ਕੇ ਸਭ ਲੇਖਾ ਕਰ ਲਵਾਂਗੇ। ਪਰ ਮੈਂ ਕਿਹਾ, ਮੇਰੇ ਪਾਸੋਂ ਇਹ ਕੰਮ ਹੋਣਾ ਔਖਾ ਹੈ। ਪਰ ਗੁਰੂ ਜੀ ਨੇ ਕਿਹਾ, ਬਾਲਾ, ਤੂੰ ਕੋਈ ਚਿੰਤਾ ਨਾ ਕਰ, ਅਸੀਂ 1 ਮਹੀਨੇ ਤੱਕ ਵਾਪਸ ਆਣ ਕੇ ਸਭ ਕੁਝ ਠੀਕ ਕਰ ਲਵਾਂਗੇ। ਆਪ ਜੀ ਦਾ ਹੁਕਮ ਮੰਨ ਕੇ ਮੈਂ ਹੱਟੀ ਦਾ ਕੰਮ ਕਰਨ ਲੱਗ ਪਿਆ ਤੇ ਗੁਰੂ ਜੀ ਪਿਤਾ ਕਾਲੂ ਜੀ ਨਾਲ ਸੰਬੰਧੀਆਂ ਸਹਿਤ ਤਲਵੰਡੀ ਨੂੰ ਚਲੇ ਗਏ। ਬਾਲਾ ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ, ਤਲਵੰਡੀ ਪਹੁੰਚ ਕੇ ਜੋ ਆਨੰਦ ਮੰਗਲਾਚਾਰ ਹੋਏ ਉਹ ਮੈਂ ਵੇਖੇ ਨਹੀਂ, ਪਰ ਜੋ ਸੁਣੇ ਹਨ ਉਹ ਮੈਂ ਤੁਹਾਨੂੰ ਆਉਂਦਾ ਹਾਂ। ਜਦ ਮਹਿਤਾ ਕਾਲੂ ਜੀ ਜੰਝ ਸਹਿਤ ਨੂੰਹ ਪੁੱਤਰ ਨੂੰ ਲੈ ਕੇ ਤਲਵੰਡੀ ਦੇ ਨੇੜੇ ਪਹੁੰਚੇ ਤਾਂ ਬੜੀ ਜ਼ੋਰ ਸ਼ੋਰ ਦੀ ਵਾਜੇ ਵੱਜਣ ਲੱਗ ਪਏ, ਜਿਨ੍ਹਾਂ ਨੂੰ ਸੁਣ ਕੇ ਸ਼ਹਿਰ ਦੇ ਇਸਤਰੀ ਪੁਰਸ਼ ਵੇਖਣ ਆ ਗਏ। ਮਹਿਤਾ ਕਾਲੂ ਜੀ ਨੂੰ ਨੂੰਹ ਪੁੱਤਰ ਉੱਤੇ ਰੁਪਏ ਪੈਸਿਆਂ ਦੀ ਵਰਖਾ ਕੀਤੀ, ਜਿਸ ਨਾਲ ਗਰੀਬ ਲੋਕਾਂ ਨੂੰ ਬਹੁਤ ਖੁਸ਼ੀਆਂ ਹੋਈਆਂ। ਮਾਤਾ ਤ੍ਰਿਪਤਾ ਜੀ ਨੂੰ, ਜਿਸ ਨੂੰ ਆਪਣੇ ਨੂੰਹ ਪੁੱਤਰ ਨੂੰ ਵੇਖਣ ਦੀ ਬੜੀ ਤਾਂਘ ਲੱਗੀ ਹੋਈ ਸੀ, ਆਪਣੇ ਘਰ ਦੇ ਦਰਵਾਜ਼ੇ ਵਿੱਚ ਅੱਗੇ ਹੋ ਕੇ ਮਿਲੀ ਅਤੇ ਵਾਰਨੇ ਫੇਰਨੇ ਤੇ ਕੁੱਲ ਦੀ ਰੀਤੀ ਦੇ ਸ਼ਗਨ ਕਰਕੇ ਅੰਦਰ ਲੈ ਗਈ। ਸ਼੍ਰੀ ਸੁਲੱਖਣੀ ਜੀ ਨੇ ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਮਾਤਾ ਜੀ ਨੇ ਉਸ ਨੂੰ ਗਲਵੱਕੜੀ ਵਿੱਚ ਲੈ ਕੇ ਮੂੰਹ ਸਿਰ ਚੁੰਮ ਕੇ ਅਸੀਸਾਂ ਦਿੱਤੀਆਂ। ਆਂਡਣਾ ਗੁਆਂਢ ਅਤੇ ਸ਼ਰੀਕਣੀਆਂ ਵਹੁਟੀ ਵੇਖ ਕੇ ਮਾਤਾ ਜੀ ਨੂੰ ਬਹੁਤ ਵਧਾਈਆਂ ਦਿੰਦੀਆਂ ਤੇ ਖੁਸ਼ੀਆਂ ਦਾ ਪ੍ਰਗਟਾਵਾ ਕਰਦੀਆਂ। ਜਦ ਅੰਗਾਂ ਸਾਕਾਂ ਨੇ ਗੁਰੂ ਜੀ ਨੂੰ ਮਿਲ ਲਿਆ ਤਾਂ ਪ੍ਰਸ਼ਾਦ ਪਾਣੀ ਛਕਣ ਉਪਰੰਤ ਮਹਿਤਾ ਕਾਲੂ ਜੀ ਆਪ ਜੀ ਨੂੰ ਰਾਏ ਬੁਲਾਰ ਪਾਸ ਮਿਲਣ ਵਾਸਤੇ ਲੈ ਗਏ। ਰਾਏ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਆਪ ਜੀ ਨੂੰ ਆਪਣੇ ਪਾਸ ਬਿਠਾ ਕੇ ਸੁੱਖ ਸਾਂਦ ਪੁੱਛੀ ਤਾਂ ਕਾਲੂ ਜੀ ਨੇ ਕਿਹਾ, ਵਿਆਹ ਚੰਗਾ ਹੋ ਗਿਆ। ਵਿਆਹ ਦਾ ਸਾਰਾ ਹਾਲ ਰਾਏ ਜੀ ਨੂੰ ਸੁਣਾਇਆ ਤਾਂ ਉਹ ਸੁਣ ਕੇ ਬੜਾ ਖੁਸ਼ ਹੋਇਆ। ਦੂਸਰੇ ਦਿਨ ਜਦ ਪ੍ਰੋਹਤ ਹਰਦਿਆਲ ਮਹਿਤਾ ਕਾਲੂ ਜੀ ਨੂੰ ਵਧਾਈ ਦੇਣ ਆਇਆ ਤਾਂ ਗੁਰੂ ਜੀ ਨੇ ਉਸ ਨੂੰ ਆਖਿਆ, ਪ੍ਰੋਹਤ ਜੀ, ਹੁਣ ਜੋ ਇੱਛਾ ਹੋਵੇ ਮੰਗ ਲਵੋ। ਅੱਗੋਂ ਹਰਦਿਆਲ ਨੇ ਕਿਹਾ, ਮਹਾਰਾਜ ਜੀ, ਤੁਸੀਂ ਗਰੀਬਾਂ ਦੇ ਦਾਤਾ, ਜਿੰਨੂੰ ਕੁ ਆਪਣੀ ਮਹਿਮਾ ਤੁਸਾਂ ਮੈਨੂੰ ਸਮਝਾਈ ਹੈ ਉਤਨੀ ਕੁ ਮੈਂ ਸਮਝੀ ਹੈ। ਆਪ ਕਰਨ ਕਾਰਨ ਪਰਮੇਸ਼ਰ ਦਾ ਰੂਪ ਹੋ। ਜਦ ਦਾ ਤੁਸਾਂ ਮੈਨੂੰ ਅਸਲੀ ਯਗਿਓ ਪਵੀਤ ਦਿੱਤਾ ਹੈ ਤਦ ਤੋਂ ਮੇਰਾ ਮਨ ਟਿਕ ਗਿਆ। ਕੋਈ ਲਾਲਸਾ ਕਿਸੇ ਚੀਜ਼ ਦੀ ਬਾਕੀ ਨਹੀਂ ਰਹੀ।
ਇਸ ਵਾਸਤੇ ਹੁਣ ਜੇ ਕਿਰਪਾ ਕਰਦੇ ਹੋ ਤਾਂ ਮੋਖ ਪਦ ਦੀ ਦਾਤ ਕਰੋ। ਹਰਦਿਆਲ ਦੀ ਇਸ ਤਰ੍ਹਾਂ ਦੀ ਭਗਤੀ ਭਾਵ ਵਾਲੀ ਗੱਲ ਸੁਣ ਕੇ ਗੁਰੂ ਜੀ ਨੇ ਹੱਸ ਕੇ ਕਿਹਾ, ਪੰਡਤ ਜੀ, ਤੁਹਾਡੀ ਸ਼੍ਰੇਸ਼ਟ ਬੁੱਧੀ ਧਨ ਹੈ, ਜਿਸ ਨੇ ਦੇਹੀ ਦੀ ਹੰਗਤਾ ਦਾ ਨਾਸ਼ ਕਰ ਦਿੱਤਾ ਹੈ। ਗੁਰੂ ਜੀ ਨੇ ਪੰਡਤ ਨੂੰ ਬਹੁਤ ਧਨ ਦਿੱਤਾ ਅਤੇ ਕਿਰਪਾ ਦ੍ਰਿਸ਼ਟੀ ਕਰਕੇ ਉਸ ਨੂੰ ਆਤਮ ਗਿਆਨ ਕਰ ਦਿੱਤਾ। ਪੰਡਤ ਹਰਦਿਆਲ ਦੀ ਗੱਲ ਸੁਣ ਕੇ ਗੁਰੂ ਜੀ ਨੂੰ ਪੜ੍ਹਾਉਣ ਵਾਲਾ ਵੀ ਤੇ ਮੁੱਲਾ ਵੀ ਬੜੀ ਖੁਸ਼ੀ ਨਾਲ ਮਿਲਣ ਆ ਗਏ। ਗੁਰੂ ਜੀ ਨੇ ਉਹਨਾਂ ਨੂੰ ਸਨਮਾਨ ਨਾਲ ਬਿਠਾ ਕੇ ਸੁੱਖ ਸਾਂਦ ਪੁੱਛੀ। ਗੱਲਬਾਤ ਕਰਕੇ ਉਹਨਾਂ ਨੇ ਕਿਹਾ, ਮਨ ਅਨੁਮਾਨ ਕਰਤ ਸਦ ਹਮ ਹੀ, ਜਗਤ ਪ੍ਰਕਾਸ਼ ਕਰੋ ਕਬ ਤੁਮ ਹੀ, ਰਾਵਰ ਪੂਰਨ ਕਥਾ ਸੰਕੋਚੀ, ਲਖ ਹੈ ਕਿ ਜੀਵ ਜਿਨ੍ਹੇ ਮਤ ਪੋਚੀ। ਅਰਥਾਤ ਅਸੀਂ ਸਦਾ ਹੀ ਮਨ ਵਿੱਚ ਵਿਚਾਰਦੇ ਸਾਂ ਕਿ ਤੁਸੀਂ ਹੀ ਜਗਤ ਵਿੱਚ ਗਿਆਨ ਦਾ ਪ੍ਰਕਾਸ਼ ਕਰੋਗੇ। ਤੁਸਾਂ ਆਪਣੀ ਸ਼ਕਤੀ ਲੁਕਾ ਰੱਖੀ ਹੈ। ਇਸ ਗੱਲ ਨੂੰ ਉਹ ਪੁਰਸ਼ ਕਿਸ ਤਰ੍ਹਾਂ ਸਮਝ ਸਕਦੇ ਹਨ ਜਿਨ੍ਹਾਂ ਦੀ ਮਤ ਨੀਵੀਂ ਹੈ। ਇਸ ਤਰ੍ਹਾਂ ਦੇ ਸ਼ਰਧਾ ਭਰਪੂਰ ਸੁੰਦਰ ਬਚਨ ਕਰਕੇ ਸਤਿਗੁਰੂ ਜੀ ਦੇ ਸੁੰਦਰ ਸਰੂਪ ਨੂੰ ਵੇਖ ਕੇ ਬੜੇ ਪ੍ਰੇਮ ਨਾਲ ਘਰਾਂ ਨੂੰ ਚਲੇ ਗਏ। ਸੁਲਤਾਨਪੁਰ ਵਾਪਸ ਜਾਣਾ। ਭਾਈ ਬਾਲਾ ਜੀ ਨੇ ਦੱਸਿਆ, ਗੁਰੂ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਨੇ 1 ਮਹੀਨਾ ਤਲਵੰਡੀ ਨਿਵਾਸ ਰੱਖਿਆ। ਉਪਰੰਤ ਆਪ ਜੀ ਸੁਲਤਾਨਪੁਰ ਜਾਣ ਦੀ ਤਿਆਰੀ ਕਰਕੇ ਰਾਏ ਬੁਲਾਰ ਨੂੰ ਮਿਲਣ ਗਏ। ਰਾਏ ਬੁਲਾਰ ਨੇ ਗੁਰੂ ਜੀ ਦਾ ਬਹੁਤ ਸਨਮਾਨ ਕਰਕੇ ਆਪਣੇ ਪਾਸ ਆਇਆ ਅਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ ਜੋ ਦਾਸ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਹੈ। ਮੇਰੀ ਤਾਂ ਸਾਰੀ ਉਮਰ ਹੀ ਸੰਸਾਰੀ ਧੰਦਿਆਂ ਵਿੱਚ ਬੀਤ ਗਈ ਹੈ। ਕਿਰਪਾ ਕਰਕੇ ਮੈਨੂੰ ਵੀ ਕੋਈ ਉਪਦੇਸ਼ ਦਿਓ ਜਿਸ ਨਾਲ ਮੇਰੇ ਜਨਮ ਮਰਨ ਦੇ ਬੰਧਨ ਕੱਟੇ ਜਾਣ। ਸਤਿਗੁਰੂ ਜੀ ਨੇ ਦਿਆਲ ਹੋ ਕੇ ਕਿਹਾ, ਰਾਏ ਜੀ, ਸਤਨਾਮ ਦਾ ਸਿਮਰਨ ਕਰੋ, ਇਹ ਸਾਰੇ ਸੁੱਖਾਂ ਦਾ ਘਰ ਹੈ। ਸਤਨਾਮ ਦਾ ਜਾਪ ਹੁਮਾਊ ਪੰਛੀ ਦੇ ਖੰਭ ਸਮਾਨ ਹੈ ਜੋ ਆਪਣੇ ਮਾਲਕ ਦੇ ਪਾਸ ਲੈ ਜਾਂਦਾ ਹੈ ਅਤੇ ਫੇਰ ਧਰਤੀ ਉੱਤੇ ਨਹੀਂ ਡਿੱਗਦਾ। ਇਸ ਤਰ੍ਹਾਂ ਹੀ ਜਿਹੜਾ ਪੁਰਸ਼ ਸਤਨਾਮ ਨੂੰ ਮਨ ਦੀ ਪ੍ਰੀਤੀ ਨਾਲ ਜਪਦਾ ਹੈ, ਉਸ ਨੂੰ ਦੇਹ ਤਿਆਗਣ ਉਪਰੰਤ ਇਹ ਆਪਣੇ ਨਾਮੀ ਵਾਹਿਗੁਰੂ ਦੇ ਦੇਸ਼ ਵਿੱਚ ਲੈ ਜਾਂਦਾ ਹੈ। ਫਿਰ ਉਹ ਜੀਵ ਨੂੰ ਸੰਸਾਰ ਵਿੱਚ ਆਣ ਕੇ ਸਰੀਰ ਨਹੀਂ ਧਾਰਨੇ ਪੈਂਦੇ, ਭਾਵੇਂ ਕਿ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਸਤਿਗੁਰੂ ਜੀ ਪਾਸੋਂ ਇਹ ਉਪਦੇਸ਼ ਸੁਣ ਕੇ ਰਾਏ ਬੁਲਾਰ ਦੀ ਲਿਵ ਨਾਮ ਨਾਲ ਲੱਗ ਗਈ ਅਤੇ ਉਸ ਦੇ ਮਨ ਵਿੱਚ ਬਹੁਤ ਪ੍ਰੇਮ ਜਾਗ ਉੱਠਿਆ। ਉਸ ਨੇ ਹੱਥ ਜੋੜ ਕੇ ਕਿਹਾ ਕਿ ਤੁਸੀਂ ਸੁਲਤਾਨਪੁਰ ਤੁਰ ਚੱਲੇ ਹੋ, ਮੈਨੂੰ ਤੁਹਾਡੇ ਵਿਛੋੜੇ ਦਾ ਬਹੁਤ ਹੋਵੇਗਾ। ਰਾਏ ਬੁਲਾਰ ਦੀ ਪ੍ਰੀਤੀ ਵੇਖ ਕੇ ਗੁਰੂ ਜੀ ਨੇ ਕਿਹਾ, ਰਾਏ ਜੀ, ਮੈਂ ਸਦਾ ਹੀ ਤੁਹਾਡੇ ਪਾਸ ਹਾਂ, ਜਦ ਯਾਦ ਕਰੋਗੇ ਤਦੋਂ ਹੀ ਤੁਹਾਡੇ ਪਾਸ ਪਹੁੰਚ ਜਾਵਾਂਗਾ। ਰਾਏ ਬੁਲਾਰ ਨੂੰ ਇਸ ਤਰ੍ਹਾਂ ਧੀਰਜ ਦੇ ਕੇ ਘਰ ਆਣ ਕੇ ਆਪਣੇ ਮਾਤਾ ਪਿਤਾ ਦੇ ਚਰਨਾਂ ਤੇ ਮੱਥਾ ਟੇਕ ਕੇ ਅਤੇ ਆਪਣੇ ਹੋਰ ਪ੍ਰੇਮੀਆਂ ਨੂੰ ਮਿਲ ਗਿਲ ਕੇ ਸ੍ਰੀ ਸੁਲੱਖਣੀ ਜੀ ਸਹਿਤ ਰੱਥ ਉੱਤੇ ਸਵਾਰ ਹੋ ਕੇ ਸੁਲਤਾਨਪੁਰ ਨੂੰ ਚੱਲ ਪਏ। ਤੁਰਨ ਸਮੇਂ ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਕਿਹਾ, ਜਿਵੇਂ ਪਾਣੀ ਤੋਂ ਬਿਨਾਂ ਤਾਲ ਸ਼ੋਭਾ ਨਹੀਂ ਪਾਉਂਦਾ, ਤਿਵੇਂ ਧਨ ਤੋਂ ਬਿਨਾਂ ਪੁਰਸ਼ ਸ਼ੋਭਾ ਨਹੀਂ ਪਾਉਂਦਾ। ਹੁਣ ਤੁਸਾਂ ਗ੍ਰਹਿਸਥ ਮਾਰਗ ਧਾਰਨ ਕਰ ਲਿਆ ਹੈ, ਜਿਸ ਵਿੱਚ ਕਈ ਪ੍ਰਕਾਰ ਦੇ ਕਾਰਜ ਕਰਨੇ ਪੈਂਦੇ ਹਨ। ਇਸ ਕਰਕੇ ਹੁਣ ਪਹਿਲੇ ਵਾਲੀ ਉਦਾਰਤਾ ਨੂੰ ਤਿਆਗ ਕੇ ਧਨ ਜੋੜਨ ਦਾ ਸੁਭਾਅ ਬਣਾਓ। ਅਜਿਹੀਆਂ ਸਾਰੀਆਂ ਸਿੱਖਾਂ ਮਤਾਂ ਦੇ ਕੇ ਮਹਿਤਾ ਜੀ ਆਪਣੇ ਨੂੰਹ ਪੁੱਤਰ ਨੂੰ ਪਿਆਰ ਤੇ ਅਸੀਸਾਂ ਦੇ ਕੇ ਵਾਪਸ ਘਰ ਆ ਗਏ ਅਤੇ ਗੁਰੂ ਜੀ ਸੁਭਾਗਿਆ ਸੁਪਤਨੀ ਸੁਲੱਖਣੀ ਜੀ ਸਹਿਤ ਧੀਰੇ ਧੀਰੇ ਚੱਲ ਕੇ ਸੁਲਤਾਨਪੁਰ ਪਹੁੰਚ ਗਏ। ਅੱਗੋਂ ਭਾਈਆ ਜੈ ਰਾਮ ਜੀ ਤੇ ਬੀਬੀ ਨਾਨਕੀ ਜੀ ਆਪ ਜੀ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਏ ਅਤੇ ਸਾਰੀ ਸੁੱਖ ਸਾਂਦ ਪੁੱਛੀ। ਭਾਈ ਬਾਲਾ ਕਹਿਣ ਲੱਗੇ, ਗੁਰੂ ਅੰਗਦ ਜੀ, ਜਦ ਮੈਨੂੰ ਗੁਰੂ ਜੀ ਦੇ ਆਉਣ ਦੀ ਖਬਰ ਮਿਲੀ ਤਾਂ ਮੈਂ ਦੌੜ ਕੇ ਦਰਸ਼ਨ ਕਰਨ ਘਰ ਗਿਆ। ਜਦ ਮੈਂ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤਾਂ ਸਤਿਗੁਰੂ ਜੀ ਮੈਨੂੰ ਕਰਤਾਰ ਦੱਸਿਆ ਆਵੇ ਆਖ ਕੇ ਸੁੱਖ ਸਾਂਦ ਪੁੱਛੀ ਅਤੇ ਮੈਂ ਮੋਦੀਖਾਨੇ ਦੀ ਸਾਰੀ ਗੱਲ ਆਪ ਜੀ ਨੂੰ ਦੱਸੀ। ਆਪ ਜੀ ਦੇ ਪ੍ਰੇਮੀ ਆਪ ਜੀ ਨੂੰ ਮਿਲਣ ਵਾਸਤੇ ਲੱਗ ਪਏ ਅਤੇ ਸਾਰਾ ਦਿਨ ਇਸ ਤਰ੍ਹਾਂ ਹੀ ਬੀਤ ਗਿਆ। ਰਾਤ ਨੂੰ ਬੀਬੀ ਨਾਨਕੀ ਜੀ ਨੇ ਬੜੇ ਪ੍ਰੇਮ ਨਾਲ ਭਰਾ ਭਰਜਾਈ ਨੂੰ ਪ੍ਰਸ਼ਾਦ ਛਕਾਇਆ ਅਤੇ ਰਾਤ ਨੂੰ ਵਿਸਰਾਮ ਕਰਵਾਇਆ। ਸਵਾ ਪਹਿਰ ਰਾਤ ਰਹਿੰਦੀ ਉੱਠ ਕੇ ਗੁਰੂ ਜੀ ਨੇ ਇਸ਼ਨਾਨ ਕੀਤਾ ਅਤੇ ਆਪਣੇ ਨਿੱਜ ਸਰੂਪ ਦਾ ਧਿਆਨ ਕਰਕੇ ਆਸਨ ਉੱਤੇ ਬੈਠ ਗਏ। ਉਪਰੰਤ ਦਿਨ ਚੜੇ ਹੱਟੀ ਉੱਤੇ ਜਾ ਕੇ ਆਪਣੇ ਮੋਦੀ ਦੀ ਵਿੱਚ ਲੱਗ ਗਏ। ਕੁਝ ਦਿਨਾਂ ਉਪਰੰਤ ਮੂਲ ਚੰਦ ਜੀ ਆ ਗਏ ਅਤੇ 2 ਦਿਨ ਮਿਲ ਗਿਲ ਕੇ ਆਪਣੀ ਲੜਕੀ ਸ੍ਰੀ ਸੁਲੱਖਣੀ ਜੀ ਨੂੰ ਲੈ ਗਏ। ਗੁਰੂ ਜੀ ਮੋਦੀ ਦੀ ਕਾਰ ਪਹਿਲਾਂ ਵਾਂਗੂ ਹੀ ਖੁੱਲੇ ਦਿਲ ਕਰਨ ਲੱਗੇ ਅਤੇ ਸਦਾ ਵਰਤ ਜਾਰੀ ਕਰ ਦਿੱਤਾ। ਇਹ ਵੇਖ ਕੇ ਪਿੰਡ ਦੇ ਲੋਕ ਹੈਰਾਨੀ ਨਾਲ ਕਹਿੰਦੇ ਕਿ ਇਹ ਕੋਈ ਰਸਾਇਣੀ ਹੈ ਅਤੇ ਕੋਈ ਮਾਨ ਲਾਵੇ ਕਿ ਇਹ ਕਲਾਵਾਨ ਹੈ। ਇਉਂ ਕੋਈ ਕੁਝ ਆਖੇ ਤੇ ਕੋਈ ਕੁਝ, ਜਿਤਨੇ ਮੂੰਹ ਉਤਨੀਆਂ ਹੀ ਗੱਲਾਂ ਹੋਣ ਲੱਗੀਆਂ।
ਇਸ ਤਰ੍ਹਾਂ ਜਦ 1 ਮਹੀਨਾ ਬੀਤ ਗਿਆ ਤਾਂ ਬੀਬੀ ਨਾਨਕੀ ਜੀ ਨੇ ਸੋਚਿਆ ਕਿ ਭਰਜਾਈ ਘਰ ਆ ਜਾਵੇ ਤਾਂ ਚੰਗੀ ਹੈ, ਉਹ ਆਣ ਕੇ ਆਪਣਾ ਘਰ-ਬਾਰ ਸਾਂਭ ਲਵੇ, ਉਸ ਤੋਂ ਬਿਨਾਂ ਘਰ ਦੀ ਕੋਈ ਮਰਿਆਦਾ ਨਹੀਂ ਹੈ। ਜਦ ਬੀਬੀ ਜੀ ਨੇ ਆਪਣੇ ਮਨ ਦੀ ਇੱਛਾ ਜੈ ਰਾਮ ਜੀ ਨੂੰ ਦੱਸੀ ਤਾਂ ਉਸ ਨੇ ਲਾਗੀ ਨੂੰ ਬੁਲਾ ਕੇ ਸ਼੍ਰੀ ਸੁਲੱਖਣੀ ਜੀ ਨੂੰ ਲੈ ਆਉਣ ਵਾਸਤੇ ਮੂਲ ਚੰਦ ਜੀ ਪਾਸ ਭੇਜ ਦਿੱਤਾ। ਮੂਲ ਚੰਦ ਜੀ ਨੇ ਤਿਆਰ ਕਰਕੇ ਸੁਲੱਖਣੀ ਜੀ ਨੂੰ ਇੱਕ ਦਾਸੀ ਨਾਲ ਡੋਲੇ ਵਿੱਚ ਸਵਾਰ ਕਰਕੇ ਵਿਦਾ ਕਰ ਦਿੱਤਾ। ਸ਼੍ਰੀ ਸੁਲੱਖਣੀ ਜੀ ਲਾਗੀ ਨਾਲ ਸੁਲਤਾਨਪੁਰ ਪਹੁੰਚ ਗਏ ਅਤੇ ਕੁਝ ਸਮਾਂ ਬੀਬੀ ਨਾਨਕੀ ਜੀ ਨੇ ਇਹਨਾਂ ਨੂੰ ਆਪਣੇ ਘਰ ਹੀ ਰੱਖਿਆ। ਉਪਰੰਤ ਘਰ ਦੀ ਵਦਾ ਸਭ ਸਮਾਨ ਦੇ ਕੇ ਇੱਕ ਵੱਖਰੇ ਘਰ ਵਿੱਚ ਨਿਵਾਸ ਕਰਾ ਦਿੱਤਾ। ਪਰ ਗੁਰੂ ਜੀ ਘਰ ਬਹੁਤ ਘੱਟ ਆਉਂਦੇ ਅਤੇ ਬਹੁਤ ਸਮਾਂ ਹੱਟੀ ਉੱਤੇ ਹੀ ਰਹਿੰਦੇ। ਨਾ ਕੋਈ ਰੁਪਈਆ ਪੈਸਾ ਹੀ ਘਰ ਲੈ ਆਉਂਦੇ ਅਤੇ ਨਾ ਹੀ ਸ਼੍ਰੀ ਸੁਲੱਖਣੀ ਜੀ ਨਾਲ ਕੋਈ ਗੱਲਬਾਤ ਕਰਦੇ। ਹੱਟੀ ਉੱਤੇ ਉਸੇ ਤਰ੍ਹਾਂ ਸਦਾ ਵਰਤ ਲਾ ਰੱਖਿਆ ਅਤੇ ਮੰਗਤਿਆਂ ਦੀ ਭੀੜ ਹੱਟੀ ਉੱਤੇ ਲੱਗੀ ਰਹਿੰਦੀ। ਸ਼੍ਰੀ ਸੁਲੱਖਣੀ ਜੀ ਇਹ ਸਾਰੀਆਂ ਗੱਲਾਂ ਸੁਣ ਕੇ ਅਤੇ ਵੇਖ ਕੇ ਬਹੁਤ ਖਿਝਦੀ ਕਿ ਘਰ ਦੇ ਸੁੱਖ ਦੁੱਖ ਦੀ ਕੋਈ ਖਬਰ ਨਹੀਂ ਲੈਂਦੇ ਅਤੇ ਬਾਹਰ ਦਾਤੇ ਬਣੇ ਹੋਏ ਹਨ। ਗੁੱਸੇ ਨਾਲ ਕਦੀ-ਕਦੀ ਆਪਣੇ ਦੁੱਖ ਦੀਆਂ ਗੱਲਾਂ ਬੀਬੀ ਨਾਨਕੀ ਜੀ ਨੂੰ ਇਸ ਤਰ੍ਹਾਂ ਕਹਿੰਦੀ ਕਿ ਤੁਸੀਂ ਆਪਣੇ ਭਰਾ ਜੀ ਨੂੰ ਕਿਉਂ ਨਹੀਂ ਸਮਝਾਉਂਦੇ ਕਿ ਗ੍ਰਹਿਸਥ ਦਾ ਕੰਮ ਇਸ ਤਰ੍ਹਾਂ ਨਹੀਂ ਚੱਲ ਸਕਦਾ। ਕਾਣ ਕੇ ਕਦੀ ਮੂੰਹ ਨਹੀਂ ਦਿਖਾਉਂਦੇ, ਸਾਰੀ ਖੱਟੀ ਕਮਾਈ ਬਾਹਰ ਹੀ ਉਜਾੜ ਛੱਡਦੇ ਹਨ। ਨਾਨਕੀ ਜੀ ਭਰਜਾਈ ਦੇ ਐਸੇ ਬਚਨ ਸੁਣ ਕੇ ਉਸ ਨੂੰ ਧੀਰਜ ਦਿੰਦੇ ਅਤੇ ਕਹਿੰਦੇ ਹਨ ਕਿ ਜਿਸ ਤਰ੍ਹਾਂ ਉਹ ਰਾਜੀ ਰਹਿਣ ਉਸ ਤਰ੍ਹਾਂ ਤੁਹਾਨੂੰ ਰਾਜੀ ਰਹਿਣਾ ਚਾਹੀਦਾ ਹੈ। ਹੋਰ ਜਿਸ ਚੀਜ਼ ਦੀ ਵਰਤਨ ਖਰਚਣ ਵਾਸਤੇ ਲੋੜ ਹੋਵੇ ਮੇਰੇ ਪਾਸੋਂ ਲੈ ਲਿਆ ਕਰੋ। ਸੁਲੱਖਣੀ ਜੀ ਇਸ ਤਰ੍ਹਾਂ ਦੀਆਂ ਮਿੱਠੀਆਂ ਗੱਲਾਂ ਸੁਣ ਕੇ ਖੁਸ਼ੀ ਨਾਲ ਘਰ ਨੂੰ ਚਲੇ ਗਏ। ਮੂਲ ਚੰਦ ਤੇ ਚੰਦੋ ਰਾਣੀ ਦਾ ਆਉਣਾ। ਬਾਲਾ ਕਹਿਣ ਲੱਗਾ, ਗੁਰੂ ਜੀ ਕੁਝ ਸਮਾਂ ਜਦ ਇਸ ਤਰ੍ਹਾਂ ਹੀ ਬੀਤ ਗਿਆ ਤਾਂ ਇੱਕ ਦਿਨ ਮੂਲ ਚੰਦ ਸ਼੍ਰੀ ਸੁਲੱਖਣੀ ਜੀ ਨੂੰ ਮਿਲਣ ਆ ਗਿਆ। ਸੁਲੱਖਣੀ ਜੀ ਆਪਣੇ ਪਿਤਾ ਨੂੰ ਮਿਲ ਕੇ ਅੱਖਾਂ 'ਚੋਂ ਅਥਰੂ ਕੇਰਨ ਲੱਗ ਗਈ। ਹੁਣ ਦਾ ਕਾਰਨ ਮੂਲ ਚੰਦ ਨੇ ਪੁੱਛਿਆ ਤਾਂ ਸੁਲੱਖਣੀ ਜੀ ਨੇ ਕਿਹਾ ਕਿ ਤੁਸੀਂ ਮੈਨੂੰ ਚੰਗੇ ਆਦਮੀ ਦੇ ਲੜ ਲਾਇਆ ਹੈ, ਜਿਸ ਨੂੰ ਘਰ ਦਾ ਤੁਛ ਭਰ ਵੀ ਫਿਕਰ ਨਹੀਂ ਹੈ। ਮੈਨੂੰ ਤਾਂ ਵਿਆਹ ਹੋ ਕੇ ਡੋਬ ਦਿੱਤਾ ਹੈ। ਮੇਰੇ ਕਰਮ ਮਾੜੇ ਹਨ। ਮਹੀਨਾ 2 ਮਹੀਨਾ ਬਾਹਰ ਹੀ ਰਹਿੰਦੇ ਹਨ। ਘਰ ਆਣ ਕੇ ਕਦੀ ਮੂੰਹ ਨਹੀਂ ਦਿਖਾਉਂਦੇ। ਜਦ ਕਦੀ ਘਰ ਆਉਂਦੇ ਹਨ ਤਾਂ ਇਸ ਤਰ੍ਹਾਂ ਆਉਂਦੇ ਹਨ ਜਿਵੇਂ ਪਰਦੇਸੀ ਆਉਂਦਾ ਹੈ। ਬੇਅੰਤ ਧਨ ਹੱਟੀ ਉੱਤੇ ਆਉਂਦਾ ਹੈ ਪਰ ਘਰ ਕੁਝ ਨਹੀਂ ਲਿਆਉਂਦੇ, ਬਾਹਰ ਹੀ ਉਜਾੜ ਆਉਂਦੇ ਹਨ। ਗ੍ਰਹਿਸਥ ਦੀ ਰੀਤੀ ਨੂੰ ਜਾਣਦੇ ਹੀ ਨਹੀਂ ਹਨ, ਸਦਾ ਫਕੀਰਾਂ ਦੇ ਸੰਗੀ ਬਣੇ ਰਹਿੰਦੇ ਹਨ। ਲੜਕੀ ਦੇ ਇਹ ਦੁਖਦਾਈ ਬਚਨ ਸੁਣ ਕੇ ਮੂਲ ਚੰਦ ਧੀ ਨੂੰ ਦੁਖੀ ਦੇਖ ਕੇ ਰੋਣ ਲੱਗ ਪਿਆ। ਕ੍ਰੋਧ ਨਾਲ ਲਾਲ ਪੀਲਾ ਹੋ ਕੇ ਜੈ ਰਾਮ ਜੀ ਪਾਸ ਜਾ ਮਾੜੇ ਬੋਲਣ ਲੱਗਾ। ਉਹ ਸਮੇਂ ਗੁਰੂ ਜੀ ਵੀ ਉੱਥੇ ਹੀ ਬੈਠੇ ਸਨ। ਮੂਲ ਚੰਦ ਨੇ ਜੈ ਰਾਮ ਨੂੰ ਕਿਹਾ, ਜੈ ਰਾਮ ਜੀ ਤੂੰ ਮੇਰੇ ਨਾਲ ਦੁਸ਼ਮਣੀ ਕੀਤੀ ਹੈ, ਜਿਸ ਕਰਕੇ ਇੱਕ ਫਕੀਰਾਂ ਦੇ ਹਮਜੋਲੀ ਨਾਲ ਮੇਰੀ ਲੜਕੀ ਵਿਆਹ ਦਿੱਤੀ ਹੈ। ਇੱਕ ਦਿਨ ਇਸ ਨੇ ਫਕੀਰ ਬਣ ਜਾਣਾ ਹੈ। ਇੱਧਰ ਇਸ ਦਾ ਬਹੁਤ ਝੁਕਾਓ ਰਹਿੰਦਾ ਹੈ। ਜੇ ਮੈਂ ਇਸ ਦੇ ਇਹ ਮਾੜੇ ਪਹਿਲਾਂ ਜਾਣਦਾ ਹੁੰਦਾ ਤਾਂ ਇਸ ਨਾਲ ਕਦੇ ਵੀ ਆਪਣੀ ਲੜਕੀ ਦੇ ਸੰਬੰਧ ਨਾ ਕਰਦਾ। ਮੇਰੇ ਪਿਛਲੇ ਜਨਮ ਦੇ ਪਾਪ ਅੱਗੇ ਆ ਗਏ ਹਨ, ਜਿਸ ਕਰਕੇ ਇਹ ਮੇਰਾ ਜਮਾਤਾ ਬਣਿਆ ਹੈ। ਇਸ ਘਰ ਵਿੱਚ ਮੇਰੀ ਲੜਕੀ ਦਾ ਮਾਸਾ ਵੀ ਸਤਿਕਾਰ ਨਹੀਂ ਹੈ। ਇਸ ਨੂੰ ਕਿਸੇ ਸਮਝਾਇਆ ਵੀ ਨਹੀਂ। ਉਹ ਵਿਚਾਰੀ ਸਦਾ ਦੁਖੀ ਰਹਿੰਦੀ ਹੈ। ਮੈਨੂੰ ਉਸ ਨੇ ਆਪਣਾ ਸਾਰਾ ਦੁੱਖ ਰੋ ਕੇ ਸੁਣਾਇਆ ਹੈ। ਮੂਲ ਚੰਦ ਪਾਸੋਂ ਜਦ ਇਹ ਉਲਾਮੇ ਮਿਹਣੇ ਜੈ ਰਾਮ ਜੀ ਨੇ ਸੁਣੇ ਤਾਂ ਕਿਹਾ, ਮੂਲ ਚੰਦ ਜੀ ਗੁੱਸਾ ਨਾ ਕਰੋ, ਐਵੇਂ ਬੇਅਰਥ ਦੋਸ਼ ਨਾ ਲਾਵੋ। ਤੁਹਾਡੀ ਧੀ ਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਹੈ। ਪਰਮੇਸ਼ਰ ਨੇ ਸਭ ਕੁਝ ਦਿੱਤਾ ਹੈ। ਰੋਟੀ, ਕੱਪੜਾ, ਗਹਿਣਾ ਅਤੇ ਧਨ ਬਹੁਤ ਹੈ। ਜਿਤਨਾ ਦਿਲ ਕਰੇ ਤੁਹਾਡੀ ਧੀ ਖਰਚੇ ਵਰਤੇ ਕੋਈ ਕਮੀ ਨਹੀਂ ਹੈ। ਜਿਸ ਗੱਲ ਦਾ ਘਾਟਾ ਹੈ ਉਹ ਆਪ ਦੱਸੋ, ਮੈਂ ਪੂਰਾ ਕਰ ਦਿੰਦਾ ਹਾਂ। ਜੈ ਰਾਮ ਦੇ ਇਹ ਨਿਮਰਤਾ ਭਰੇ ਬਚਨ ਸੁਣ ਕੇ ਮੂਲ ਚੰਦ ਸ਼ਾਂਤ ਹੋ ਗਿਆ। ਸਤਿਗੁਰੂ ਜੀ ਪਾਸ ਬੈਠੇ ਇਹ ਸਭ ਕੁਝ ਸੁਣਦੇ ਰਹੇ, ਪਰ ਪਿਤਾ ਸਮਾਨ ਮੂਲ ਚੰਦ ਜੀ ਦੇ ਸਤਿਕਾਰ ਵਿੱਚ ਅੱਗੋਂ ਕੁਝ ਨਾ ਬੋਲੇ। ਮੂਲ ਚੰਦ ਜੀ ਆਪਣੀ ਧੀ ਪਾਸ ਇੱਕ ਰਾਤ ਨਿਵਾਸ ਕਰਕੇ ਉਸ ਨੂੰ ਬਹੁਤ ਧੀਰਜ ਦੇ ਕੇ ਆਪਣੇ ਨਗਰ ਚਲਾ ਗਿਆ ਅਤੇ ਆਪਣੀ ਪਤਨੀ ਚੰਦੋ ਰਾਣੀ ਨੂੰ ਸਾਰਾ ਹਾਲ ਦੱਸਿਆ। ਕੁਝ ਦਿਨ ਬੀਤ ਗਏ ਤਾਂ ਚੰਦੋ ਰਾਣੀ ਆਪਣੀ ਲੜਕੀ ਨੂੰ ਮਿਲਣ ਸੁਲਤਾਨਪੁਰ ਆਈ। ਲੜਕੀ ਨੂੰ ਬੜੇ ਪਿਆਰ ਨਾਲ ਮਿਲ ਕੇ ਜਦ ਗੱਲਾਂ ਬਾਤਾਂ ਕੀਤੀਆਂ ਤਾਂ ਧੀ ਨੂੰ ਦੁਖੀ ਸੁਣ ਕੇ ਚੰਦੋ ਰਾਣੀ ਬੜੇ ਗੁੱਸੇ ਨਾਲ ਉੱਠ ਕੇ ਬੇਬੇ ਨਾਨਕੀ ਜੀ ਪਾਸ ਜਾ ਕੇ ਕਹਿਣ ਲੱਗੀ, ਤੁਹਾਡੇ ਮਨ ਵਿੱਚ ਰੱਬ ਦਾ ਕੋਈ ਭੈ ਨਹੀਂ ਹੈ? ਮੇਰੀ ਧੀ ਨੂੰ ਨੌਕਰਾਣੀ ਵਾਂਗ ਰੱਖਿਆ ਹੋਇਆ ਹੈ। ਤੂੰ ਆਪਣੇ ਭਰਾ ਨੂੰ ਕਿਉਂ ਨਹੀਂ ਸਮਝਾਉਂਦੀ? ਨਾ ਉਹ ਆਪ ਘਰ ਆਉਂਦਾ ਹੈ, ਨਾ ਕੋਈ ਇਸ ਨਾਲ ਗੱਲ ਕਰਦਾ ਹੈ, ਨਾ ਆਪਣੇ ਪਾਸ ਕੁਝ ਧਨ ਰੱਖਦਾ ਹੈ। ਉਸ ਦੇ ਮਨ ਵਿੱਚ ਕਿਸੇ ਦਾ ਡਰ ਨਹੀਂ ਹੈ। ਤੁਹਾਡੇ ਵਰਗਾ ਹੋਰ ਕੋਈ ਐਸਾ ਕਠੋਰ ਨਹੀਂ ਹੈ ਜਿਨ੍ਹਾਂ ਦੇ ਘਰ ਵਿੱਚ ਮੇਰੀ ਧੀ ਇੰਨੀ ਦੁਖੀ ਹੈ। ਜੈ ਰਾਮ ਜਿਸ ਨੇ ਇਹ ਸਾਕ ਕਢਿਆ ਸੀ, ਹੁਣ ਇਸ ਨੂੰ
ਕਿਉਂ ਨਹੀਂ ਸਮਝਾਉਂਦਾ। ਚੰਦੋ ਰਾਣੀ ਦੇ ਇਹ ਕਠੋਰ ਬਚਨ ਸੁਣ ਕੇ ਬੀਬੀ ਨਾਨਕੀ ਜੀ ਬੜੀ ਸਹਿਨਸ਼ੀਲਤਾ ਨਾਲ ਬੋਲੇ, ਹੇ ਮਾਸੀ, ਤੂੰ ਬਹੁਤ ਸਿਆਣੀ ਹੈ, ਤੂੰ ਹੀ ਦੱਸ ਮੈਂ ਭਰਾ ਨੂੰ ਕੀ ਸਮਝਾਵਾਂ। ਉਹ ਕੋਈ ਖੋਟਾ ਕਰਮ ਨਹੀਂ ਕਰਦਾ, ਚੋਰ ਯਾਰ ਦੀ ਸੰਗਤ ਨਹੀਂ ਕਰਦਾ, ਨਾ ਜੂਆ ਖੇਡਦਾ ਹੈ, ਨਾ ਸ਼ਰਾਬ ਪੀਂਦਾ ਹੈ, ਪਰਾਈ ਦਾ ਸੰਗ ਨਹੀਂ ਕਰਦਾ, ਲੋਭੀ, ਕਰੋਧੀ ਅਥਵਾ ਲੰਪਟ ਵੀ ਨਹੀਂ ਹੈ। ਸੁਪਨੇ ਦੇ ਵਿੱਚ ਵੀ ਉਸ ਦੇ ਮਨ ਵਿੱਚ ਵਿਕਾਰ ਪੈਦਾ ਨਹੀਂ ਹੁੰਦੇ। ਜੇ ਕੋਈ ਇਹਨਾਂ ਮਾੜਿਆਂ ਕੰਮਾਂ ਤੋਂ ਕੋਈ ਕੰਮ ਕਰਦਾ ਭਰਾ ਨੂੰ ਮੈਂ ਵੇਖਾਂ ਤਾਂ ਉਸ ਨੂੰ ਸਮਝਾਵਾਂ ਵੀ, ਪਰ ਜਦ ਮੈਂ ਵੇਖਦੀ ਹਾਂ ਕਿ ਉਹ ਦਾਨੀ ਹੈ, ਸੁਸ਼ੀਲ ਹੈ, ਦੂਜਿਆਂ ਦਾ ਦੁੱਖ ਦੂਰ ਕਰਦਾ ਹੈ, ਕਿਰਤ ਕਮਾਈ ਕਰਕੇ ਆਪ ਖਾਂਦਾ ਹੈ ਤੇ ਦੂਜਿਆਂ ਨੂੰ ਖਵਾਉਂਦਾ ਹੈ, ਪਰ ਉਪਕਾਰੀ ਹੈ, ਫਿਰ ਮੈਂ ਉਸ ਨੂੰ ਕੀ ਸਮਝਾਵਾਂ। ਮਾਸੀ ਜੀ, ਜਿਹੜਾ ਨੇਕ ਕੰਮ ਕਰਨ ਵਿੱਚ ਲੱਗਾ ਹੋਵੇ ਉਸ ਨੂੰ ਵਰਜਣਾ ਪਾਪ ਹੈ। ਤੁਹਾਡੇ ਧੰਨ ਭਾਗ ਹਨ ਜਿਨ੍ਹਾਂ ਨੂੰ ਅਜਿਹਾ ਜਮਾਤਾ ਮਿਲਿਆ ਹੈ ਜੋ ਸ਼ਾਂਤੀ ਦੇ ਪੁੰਜ ਤੇ ਉਦਾਰ ਚਿੱਤ ਹੈ, ਜਿਸ ਦਾ ਸਾਰੇ ਜਸ ਫੈਲ ਰਿਹਾ ਹੈ। ਤੁਸੀਂ ਕਿਸ ਤਰ੍ਹਾਂ ਕਹਿੰਦੇ ਹੋ ਕਿ ਤੁਹਾਡੀ ਧੀ ਦੁਖੀ ਰਹਿੰਦੀ ਹੈ? ਦੱਸੋ ਉਸ ਨੂੰ ਕੀ ਦੁੱਖ ਹੈ? ਖਾਣ ਪੀਣ, ਪਹਿਨਣ, ਖਰਚਣ ਨੂੰ ਸਭ ਕੁਝ ਭਰਾ ਜੀ ਖੁੱਲ੍ਹਾ ਦਿੰਦੇ ਹਨ, ਕਿਸੇ ਗੱਲ ਦਾ ਘਾਟਾ ਨਹੀਂ ਹੈ। ਬੇਬੇ ਨਾਨਕੀ ਜੀ ਦੇ ਇਹ ਬਚਨ ਸੁਣ ਕੇ ਚੰਦੋ ਰਾਣੀ ਨੂੰ ਕੋਈ ਉੱਤਰ ਨਾ ਆਇਆ ਅਤੇ ਚੁੱਪ ਕਰਕੇ ਆਪਣੀ ਧੀ ਪਾਸ ਆ ਗਈ। ਕਹਿਣ ਲੱਗੀ, ਧੀਏ, ਮੈਂ ਤੇਰੀ ਨਾਨ ਨੂੰ ਬੜੇ ਉਲਾਮੇ ਦਿੱਤੇ ਹਨ, ਪਰ ਉਹ ਇੱਕੋ ਗੱਲ ਕਹਿੰਦੀ ਹੈ ਕਿ ਤੁਹਾਡੀ ਧੀ ਕਿਹੜੀ ਗੱਲੋਂ ਦੁਖੀ ਹੈ। ਮੈਂ ਉਸ ਨੂੰ ਇਸ ਦਾ ਕੋਈ ਉੱਤਰ ਨਹੀਂ ਦੇ ਸਕੀ, ਸੋ ਤੂੰ ਦੱਸ ਕਿ ਤੈਨੂੰ ਕਿਸ ਚੀਜ਼ ਦੀ ਥੋੜ ਹੈ। ਜਦ ਸੁਲੱਖਣੀ ਜੀ ਨੇ ਇਸ ਪ੍ਰਕਾਰ ਦੀ ਗੱਲ ਸੁਣੀ ਤਾਂ ਕਹਿਣ ਲੱਗੀ, ਹੇ ਸਿਆਣੀ ਮਾਤਾ, ਮੈਨੂੰ ਖਾਣ ਪੀਣ ਪਹਿਨਣ ਦੀ ਕੋਈ ਕਮੀ ਨਹੀਂ ਹੈ, ਪਰ ਮੈਂ ਤੈਨੂੰ ਆਪਣੇ ਅੰਦਰ ਦਾ ਦੁੱਖਦੀ ਹਾਂ। ਆਪ ਮੇਰੇ ਨਾਲ ਕਦੀ ਹੱਸ ਕੇ ਨਹੀਂ ਬੋਲਦੇ ਅਤੇ ਨਾ ਹੀ ਕਦੀ ਪਿਆਰ ਨਾਲ ਘਰ ਆਉਂਦੇ ਹਨ। ਇਹੀ ਚਿੰਤਾ ਮੈਨੂੰ ਰਾਤ ਦਿਨ ਖਾਈ ਜਾਂਦੀ ਹੈ। ਗਹਿਣੇ ਕੱਪੜੇ ਨੂੰ ਮੈਂ ਕੀ ਕਰਾਂ? ਸੁਲੱਖਣੀ ਜੀ ਦੀ ਇਹ ਗੱਲ ਸਮਝ ਕੇ ਚੰਦੋ ਰਾਣੀ ਨੇ ਬੇਬੇ ਨਾਨਕੀ ਜੀ ਪਾਸ ਜਾ ਕੇ ਸਭ ਕੁਝ ਦੱਸਿਆ। ਬੇਬੇ ਜੀ ਨੇ ਕਿਹਾ, ਮਾਸੀ ਜੀ, ਮੈਂ ਭਰਜਾਈ ਜੀ ਨੂੰ ਕਈ ਵਾਰ ਸਾਧਾਂ ਪਰ ਫਿਰ ਵੀ ਨਹੀਂ ਆਉਂਦੀ। ਜੇ ਆਉਂਦੀ ਹੈ ਤਾਂ ਮੇਰੇ ਨਾਲ ਵੀ ਹੱਸ ਕੇ ਨਹੀਂ ਬੋਲਦੀ। ਮੈਂ ਉਸ ਨੂੰ ਆਪਣੀ ਛੋਟੀ ਭਰਜਾਈ ਜਾਣ ਕੇ ਕੁਝ ਨਹੀਂ ਕਹਿੰਦੀ, ਪਰ ਇਸ ਦਾ ਸੁਭਾਅ ਬੜਾ ਕਠੋਰ ਹੈ। ਚੰਦੋ ਰਾਣੀ ਨੇ ਕਿਹਾ, ਜੇ ਇਸ ਇਸਤਰੀ ਨਾਲ ਪਤੀ ਹੱਸ ਕੇ ਬੋਲਦਾ ਹੈ, ਉਸ ਪਾਸ ਭਾਵੇਂ ਗਹਿਣਾ ਕੱਪੜਾ ਵੀ ਨਾ ਹੋਵੇ ਤਾਂ ਵੀ ਉਹ ਰਾਤ ਦਿਨ ਖੁਸ਼ ਹੀ ਰਹਿੰਦੀ ਹੈ। ਇੱਥੇ ਤਾਂ ਇਸ ਗੱਲ ਹੈ ਕਿ ਘਰ ਆਣ ਕੇ ਕਦੀ ਮੂੰਹ ਨਹੀਂ ਵਿਖਾਉਂਦੇ, ਰਾਤ ਦਿਨ ਬਾਹਰ ਹੀ ਗੁਜ਼ਾਰ ਦਿੰਦੇ ਹਨ। ਆਣ ਕੇ ਇਸ ਨਾਲ ਕਦੀ ਗੱਲ ਨਹੀਂ ਕਰਦੇ। ਤੂੰ ਆਪਣੇ ਮਨ ਵਿੱਚ ਆਪਣੇ ਤੇ ਹੀ ਗੱਲ ਘਟਾ ਕੇ ਵੇਖ ਲੈ ਕਿ ਇਹ ਗੱਲਾਂ ਸੁਖੀ ਰੱਖਣ ਵਾਲੀਆਂ ਹਨ। ਨਾਨਕੀ ਜੀ ਨੇ ਕਿਹਾ, ਮਾਸੀ ਜੀ, ਜੋ ਤੁਸਾਂ ਕਿਹਾ ਇਹ ਸੱਚ ਹੈ, ਪਰ ਪੁਰਸ਼ ਨੂੰ ਵਾਸ ਕਰਨ ਵਾਸਤੇ ਉਸ ਦੀ ਸੇਵਾ ਸਨਿਮਰ ਹੋ ਕੇ ਕਰਨੀ ਚਾਹੀਦੀ ਹੈ। ਜੇ ਇਸ ਤੇ ਪ੍ਰਸੰਨ ਹੋ ਕੇ ਉਹ ਇਸਤਰੀ ਦੀ ਮਨੋਕਾਮਨਾ ਪੂਰੀ ਕਰਦਾ ਹੈ, ਸੋ ਤੁਸੀਂ ਭਰਜਾਈ ਜੀ ਨੂੰ ਸਮਝਾਓ ਕਿ ਆਪਣੇ ਪਤੀ ਦੀ ਮਨ ਤਨ ਕਰਕੇ ਸੇਵਾ ਕਰਿਆ ਕਰੇ। ਜੇ ਇਸ ਤੇ ਉਹ ਪ੍ਰਸੰਨ ਹੋ ਕੇ ਇਸ ਦੀ ਚਿੰਤਾ ਦੂਰ ਕਰਨਗੇ। ਮਾਸੀ ਜੀ, ਮੈਂ ਉਹਨਾਂ ਨੂੰ ਭਰਾ ਨਹੀਂ ਰੱਬ ਦਾ ਰੂਪ ਸਮਝਦੀ ਹਾਂ, ਜੇ ਇਸ ਕਰਕੇ ਮੈਂ ਉਹਨਾਂ ਨੂੰ ਕੋਈ ਗੱਲ ਡਰਦੀ ਨਹੀਂ ਕਹਿੰਦੀ। ਹੁਣ ਜਦ ਘਰ ਆਉਣਗੇ ਤਾਂ ਮੈਂ ਉਹਨਾਂ ਨੂੰ ਭਰਜਾਈ ਜੀ ਦੇ ਵਿਚਾਰ ਦੱਸਾਂਗੀ ਅਤੇ ਮਨ ਦਾ ਮਨੋਰਥ ਪੂਰਾ ਕਰਨ ਵਾਸਤੇ ਆਖਾਂਗੀ। ਇਸ ਤਰ੍ਹਾਂ ਦੇ ਮਿੱਠੇ ਬਚਨਾਂ ਨਾਲ ਚੰਦੋ ਰਾਣੀ ਨੂੰ ਸ਼ਾਂਤੀ ਹੋ ਗਈ ਅਤੇ ਨਾਨਕੀ ਜੀ ਨਾਲ ਪਿਆਰ ਦੀਆਂ ਗੱਲਾਂ ਕਰਕੇ ਆਪਣੀ ਲੜਕੀ ਪਾਸ ਆ ਗਈ। ਲੜਕੀ ਨੂੰ ਬੜਾ ਦਿਲਾਸਾ ਦੇ ਕੇ ਆਖਿਆ ਕਿ ਤੇਰਾ ਪਤੀ ਬੜਾ ਨੇਕ ਕਰਨ ਵਾਲਾ ਹੈ, ਤੂੰ ਪੇਕੇ ਘਰ ਲਾਡਲੀ ਰਹੀ ਹੈ, ਸੇਵਾ ਕਰਨ ਦੀ ਰੀਤ ਨਹੀਂ ਜਾਣਦੀ। ਹੁਣ ਨਿਸ਼ਚੇ ਕਰਕੇ ਪਤੀ ਦੀ ਸੇਵਾ ਮਨ ਕਰਕੇ ਕਰਿਆ ਕਰ। ਸੇਵਾ ਨਾਲ ਤੈਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਏਗੀ। ਜਿਹੜੀ ਇਸਤਰੀ ਪਤੀ ਦੀ ਸੇਵਾ ਕਰਦੀ ਹੈ, ਉਹ ਲੋਕ ਪਰਲੋਕ ਦੋਹਾਂ ਲੋਕਾਂ ਵਿੱਚ ਸੁਖੀ ਰਹਿੰਦੀ ਹੈ। ਇਸ ਤਰ੍ਹਾਂ ਦੀ ਸਿੱਖ ਮੱਤ ਦੇ ਕੇ ਚੰਦੋ ਰਾਣੀ ਘਰ ਨੂੰ ਚਲੇ ਗਈ। ਬੇਬੇ ਨਾਨਕੀ ਜੀ ਨੇ ਵੀਰ ਨਾਨਕ ਜੀ ਨੂੰ ਕਹਿਣਾ। ਭਾਈ ਬਾਲਾ ਜੀ ਬੋਲੇ, ਸੱਚੇ ਪਾਤਸ਼ਾਹ ਜੀ, ਗੁਰੂ ਨਾਨਕ ਜੀ ਸਦਾ ਆਪਣੀ ਦੁਕਾਨ ਤੇ ਹੀ ਰਹਿੰਦੇ ਸਨ। ਕਦੀ ਕਦਾਈ ਬੇਬੇ ਨਾਨਕੀ ਜੀ ਨੂੰ ਮਿਲਣ ਉਸ ਦੇ ਘਰ ਵੀ ਚਲੇ ਜਾਂਦੇ ਸਨ। ਇੱਕ ਦਿਨ ਜਦ ਆਪ ਜੀ ਭੈਣ ਜੀ ਨੂੰ ਮਿਲਣ ਗਏ ਤਾਂ ਬੇਬੇ ਜੀ ਨੇ ਬੜੇ ਪ੍ਰੇਮ ਨਾਲ ਕਿਹਾ, ਮੈਨੂੰ ਸਦਾ ਤੁਹਾਡੇ ਦਰਸ਼ਨ ਦੀ ਚਾਹ ਲੱਗੀ ਰਹਿੰਦੀ ਹੈ। ਅੱਜ ਤੁਸੀਂ ਬੜੀ ਕਿਰਪਾ ਕਰਕੇ ਮੇਰੀ ਮਨੋਕਾਮਨਾ ਪੂਰੀ ਕੀਤੀ ਹੈ। ਸਤਿਗੁਰੂ ਜੀ ਨੇ ਕਿਹਾ, ਬੇਬੇ ਜੀ, ਅਸੀਂ ਤੁਹਾਡੇ ਦਾਸ ਹਾਂ। ਜਦੋਂ ਤੁਸੀਂ ਨੇ ਮਨ ਵਿੱਚ ਯਾਦ ਕੀਤਾ ਹੈ, ਅਸੀਂ ਹਾਜ਼ਰ ਹੋ ਗਏ ਹਾਂ। ਫੇਰ ਵੀ ਜਦੋਂ ਯਾਦ ਕਰੋਗੇ, ਅਸੀਂ ਸ਼ੀਘਰ ਹੀ ਹਾਜ਼ਰ ਹੋ ਜਾਇਆ ਕਰਾਂਗੇ। ਤੁਸੀਂ ਮੇਰੇ ਵੱਡੇ ਭੈਣ ਜੀ ਹੋ। ਮੇਰੀ ਇੱਛਾ ਸਦਾ ਤੁਹਾਡੀ ਆਗਿਆ ਪਾਲਣ ਦੀ ਹੈ। ਇਹ ਸਾਰਾ ਪ੍ਰਤਾਪ ਤੁਹਾਡਾ ਹੀ ਹੈ। ਬੇਬੇ ਜੀ ਨੇ ਕਿਹਾ, ਭਰਾ ਜੀ, ਇਹ ਗੱਲਾਂ ਤੁਸੀਂ ਕਿਸੇ ਹੋਰ ਨੂੰ ਦੱਸੋ ਜਿਹੜਾ ਤੁਹਾਨੂੰ ਜਾਣਦਾ ਨਾ ਹੋਵੇ। ਤੁਸੀਂ ਤਾਂ ਸੰਸਾਰ ਦੇ ਜੀਵਾਂ ਨੂੰ ਤਾਰਨ ਵਾਸਤੇ ਅਵਤਾਰ ਲਿਆ ਹੈ, ਮੈਨੂੰ ਕਿਉਂ ਭਰਮਾਉਂਦੇ ਹੋ? ਸਤਿਗੁਰੂ ਜੀ ਨੇ ਕਿਹਾ,
ਬੇਬੇ ਜੀ ਤੁਹਾਡੇ ਉੱਤੇ ਕਰਤਾਰ ਦੀ ਬੜੀ ਕਿਰਪਾ ਹੈ ਜੋ ਤੁਹਾਨੂੰ ਇਸ ਪ੍ਰਕਾਰ ਦੀ ਖਬਰ ਹੈ। ਬੇਬੇ ਜੀ ਨੇ ਕਿਹਾ, ਭਰਾ ਜੀ ਮੇਰੀ ਇੱਕ ਬੇਨਤੀ ਹੈ, ਜੇ ਆਗਿਆ ਕਰੋ ਤਾਂ ਕਰਾਂ। ਗੁਰੂ ਜੀ ਬੋਲੇ, ਬੇਬੇ ਜੀ ਜੋ ਇੱਛਾ ਹੈ ਸੋ ਕਹੋ, ਮੈਂ ਤੁਹਾਡਾ ਬਚਨ ਕਦੇ ਨਹੀਂ ਮੋੜਾਂਗਾ। ਇਹ ਸੁਣ ਕੇ ਬੇਬੇ ਜੀ ਨੇ ਕਿਹਾ, ਚੰਗੀ ਕੁੱਲ ਦੀ ਲੜਕੀ ਦਾ ਤੁਸੀਂ ਸਨਮਾਨ ਨਹੀਂ ਕਰਦੇ, ਜਿਸ ਕਰਕੇ ਜਦ ਉਸ ਦੇ ਮਾਤਾ ਪਿਤਾ ਆਉਂਦੇ ਹਨ ਉਹ ਸਾਨੂੰ ਮਾੜੇ ਵਾਕ ਆਖ ਕੇ ਸ਼ਰਮਿੰਦਾ ਕਰਦੇ ਹਨ। ਸਾਡੇ ਪਾਸੋਂ ਉਹਨਾਂ ਦੇ ਸਾਹਮਣੇ ਬੋਲਿਆ ਨਹੀਂ ਜਾਂਦਾ। ਤੁਸੀਂ ਪਰ ਉਪਕਾਰੀ ਤੇ ਸਦਾ ਹੀ ਦਿਆਲੂ ਹੋ ਕੇ ਇਸ ਕਰਕੇ ਤੁਸੀਂ ਆਪਣੀ ਸੁਪਤਨੀ ਨੂੰ ਦਿਲਗੀਰ ਨਾ ਕਰੋ। ਉਹ ਚੰਗੇ ਘਰ ਦੀ ਨੌਜਵਾਨ ਲੜਕੀ ਹੈ। ਗੁਰੂ ਜੀ ਨੇ ਪੁੱਛਿਆ, ਬੇਬੇ ਜੀ ਉਹ ਕਿਸ ਚੀਜ਼ ਤੋਂ ਤੰਗ ਰਹਿੰਦੀ ਹੈ? ਜਿਹੜੀ ਚੀਜ਼ ਆਖੋ ਉਹਨੇ ਹੀ ਪਹੁੰਚਾ ਦਿੰਦਾ ਹਾਂ। ਬੇਬੇ ਜੀ ਨੇ ਕਿਹਾ, ਭਰਾ ਜੀ ਇਸਤਰੀ ਵਾਸਤੇ ਪਤੀ ਦਾ ਹੱਸ ਕੇ ਬੋਲਣਾ ਹੀ ਸਭ ਪਦਾਰਥ ਹੁੰਦੇ ਹਨ, ਪਰ ਜੇ ਇਸਤਰੀ ਪਾਸ ਸਭ ਪਦਾਰਥਾਂ ਦੇ ਹੁੰਦਿਆਂ ਉਸ ਨਾਲ ਪਤੀ ਨਾ ਬੋਲੇ ਤਾਂ ਸਾਰੇ ਪਦਾਰਥ ਝੋਨੇ ਦੀ ਫੱਕ ਵਾਂਗੂ ਵਿਅਰਥ ਹੁੰਦੇ ਹਨ, ਜੋ ਉਸ ਨੂੰ ਤੁੱਛ ਮਾਤਰ ਵੀ ਸੁੱਖ ਨਹੀਂ ਦੇ ਸਕਦੇ। ਭਾਈ ਸੰਤੋਖ ਸਿੰਘ ਜੀ ਇਸ ਪ੍ਰਥਾਏ ਦੋਹਰਾ ਲਿਖਦੇ ਹਨ, ਕੰਤ ਨਾ ਬੋਲਤ ਤੀਆਂ ਸੋਂ ਅਵਰ ਪਦਾਰਥ ਪਾਸ, ਰੰਚਕ ਸੁਣ ਨਹਿ ਦੇ ਸਰਬ ਬਿਨ ਤੰਦਲ ਤੁਖ ਰਾਸ। ਗੁਰੂ ਜੀ ਨੇ ਕਿਹਾ, ਬੇਬੇ ਜੀ ਜੇ ਤੁਸੀਂ ਆਗਿਆ ਕਰੋ ਮੈਂ ਸੋਈ ਕਰਾਂਗਾ। ਮੈਂ ਸਦਾ ਤੁਹਾਡੇ ਹੁਕਮ ਵਿੱਚ ਹਾਂ। ਹੁਣ ਇਹ ਗੱਲ ਛੱਡੋ ਤੇ ਕੋਈ ਹੋਰ ਗੱਲ ਕਰੋ। ਬੇਬੇ ਜੀ ਨੇ ਕਿਹਾ, ਭਰਾ ਜੀ ਮੇਰੀ ਰਾਤ ਦਿਨ ਇਹੀ ਇੱਛਾ ਹੈ ਕਿ ਤੁਹਾਡੇ ਘਰ ਪੁੱਤਰ ਹੋਵੇ ਤੇ ਮੈਂ ਖੁਸ਼ੀਆਂ ਮਨਾਵਾਂ। ਗੁਰੂ ਜੀ ਨੇ ਕਿਹਾ, ਤੁਹਾਡੀ ਇੱਛਾ ਕਰਤਾਰ ਪੂਰੀ ਕਰੇਗਾ, ਉਹ ਭਗਤ ਵਸ਼ਲ ਹੈ। ਇਹ ਬਚਨ ਕਰਕੇ ਗੁਰੂ ਜੀ ਆਪਣੀ ਹੱਟੀ ਉੱਤੇ ਆ ਗਏ। ਬੇਬੇ ਨਾਨਕੀ ਜੀ ਆਪ ਜੀ ਦੇ ਇਹ ਬਚਨ ਸੁਣ ਕੇ ਬੜੇ ਪ੍ਰਸੰਨ ਹੋਏ ਕਿ ਇਹਨਾਂ ਦਾ ਵਾਕ ਕਦੀ ਬਿਰਥਾ ਨਹੀਂ ਜਾਂਦਾ। ਮੇਰੇ ਮਨ ਦਾ ਮਨੋਰਥ ਹੁਣ ਜ਼ਰੂਰ ਪੂਰਾ ਹੋਏਗਾ। ਤੀਜੀ ਵਾਰ ਲੇਖਾ ਹੋਣਾ। ਸਤਿਗੁਰੂ ਜੀ ਇਸ ਦਿਨ ਤੋਂ 3 ਦਿਨ ਭਰ ਹੱਟੀ ਤੇ ਕੰਮ ਕਰਕੇ ਰਾਤ ਨੂੰ ਘਰ ਜਾਣ ਲੱਗ ਪਏ। ਸ਼੍ਰੀ ਸੁਲੱਖਣੀ ਜੀ ਬੜੇ ਪ੍ਰਸੰਨ ਰਹਿਣ ਲੱਗੇ। ਉਹਨਾਂ ਨੂੰ ਸਾਰੇ ਦੁੱਖ ਭੁੱਲ ਗਏ। ਜਿਵੇਂ ਕਿ ਘਰ ਵਿੱਚ 9 ਨਿੱਧਾਂ ਤੇ 18 ਸਿੱਧੀਆਂ ਆ ਜਾਂਦੀਆਂ ਅਤੇ ਹਿਰਦਾ ਪ੍ਰਫੁੱਲਤ ਹੁੰਦਾ ਹੈ, ਤਿਵੇਂ ਸੁਲੱਖਣੀ ਜੀ ਵੀ ਪ੍ਰਫੁੱਲਤ ਹੋ ਗਏ। ਹੱਟੀ ਉੱਤੇ ਗੁਰੂ ਜੀ ਪਹਿਲਾਂ ਵਾਂਗੂ ਹੀ ਸਾਰਾ ਦਿਨ ਕੰਮ ਕਰਦੇ ਅਤੇ ਹਰ ਇੱਕ ਲੋੜਵੰਦ ਨੂੰ ਖੁੱਲੇ ਪਦਾਰਥ ਦੇਈ ਜਾਂਦੇ। ਧਨ ਦੀ ਕੋਈ ਇੱਛਾ ਮਨ ਵਿੱਚ ਨਾ ਰੱਖਦੇ। ਆਪ ਜੀ ਦੀ ਇਤਨੀ ਉਦਾਰਤਾ ਵੇਖ ਕੇ ਈਰਖਾਵਾਦੀ ਆਪ ਜੀ ਦੀ ਮਹਿਮਾ ਸਹਾਰ ਨਾ ਸਕੇ। ਉਹਨਾਂ ਵਿੱਚੋਂ ਕਿਸੇ ਨੇ ਨਵਾਬ ਪਾਸ ਜਾ ਚੁਗਲੀ ਕੀਤੀ ਕਿ ਤਾਂ ਮੋਦੀ ਖਾਨਾ ਲੁਟਾਈ ਜਾ ਰਿਹਾ ਹੈ। ਜੇ ਉਹ ਸਭ ਕੁਝ ਲੁਟਾ ਪੁਟਾ ਕੇ ਨੱਸ ਗਿਆ ਤਾਂ ਪਿੱਛੋਂ ਕੀ ਲਵੋਗੇ? ਦੌਲਤ ਖਾਂ ਇਹ ਗੱਲ ਸੁਣ ਕੇ ਮਨ ਵਿੱਚ ਘਬਰਾ ਗਿਆ ਅਤੇ ਉਸੇ ਸਮੇਂ ਗੁਰੂ ਜੀ ਨੂੰ ਆਪਣੇ ਪਾਸ ਸੱਦ ਕੇ ਆਖਿਆ ਕਿ ਪਿਛਲਾ ਹਿਸਾਬ ਨਿਬੇੜ ਲਵੋ ਤੇ ਫਿਰ ਅੱਗੋਂ ਹੋਰ ਧਨ ਲੈ ਕੇ ਕੰਮ ਕਰਨਾ। ਜਦ ਨਵਾਬ ਨੇ ਆਪਣੇ ਮੁਨਸ਼ੀ ਨੂੰ ਕੇ ਲੇਖਾ ਕਰਵਾਇਆ ਤਾਂ ਗੁਰੂ ਜੀ ਦਾ ਹੀ ਉਸ ਵੱਲ ਵਾਧਾ ਨਿਕਲਿਆ, ਜਿਸ ਨੂੰ ਵੇਖ ਕੇ ਚੁਗਲ ਲੋਕ ਬਹੁਤ ਸ਼ਰਮਿੰਦੇ ਹੋਏ। ਜਦ ਇਹ ਵਾਰਤਾ ਸੁਣਾਈ ਜਾ ਰਹੀ ਸੀ ਤਾਂ ਉਸ ਸਮੇਂ ਗੁਰੂ ਅੰਗਦ ਜੀ ਪਾਸ ਜਿਹੜੇ ਹੋਰ ਸਰੋਤੇ ਸਿੱਖ ਬੈਠੇ ਸਨ, ਉਹਨਾਂ ਨੇ ਪੁੱਛਿਆ ਕਿ ਜਦ ਗੁਰੂ ਜੀ ਸਭ ਕੁਝ ਭਲਾ ਕਰਦੇ ਸਨ ਤਾਂ ਫਿਰ ਉਹ ਨਿੰਦਕ ਲੋਕ ਕਿਉਂ ਬੁਰਾ ਕਹਿੰਦੇ ਸਨ? ਬਾਲਾ ਜੀ ਕਹਿਣ ਲੱਗੇ, ਗੁਰਸਿੱਖ ਭਾਈਓ ਸੁਣੋ, ਮੈਂ ਤੁਹਾਨੂੰ ਇਸ ਦਾ ਇੱਕ ਦ੍ਰਿਸ਼ਟਾਂਤ ਦਿੰਦਾ ਹਾਂ। ਜਿਵੇਂ ਰਸਤੇ ਵਿੱਚ ਕੋਈ ਫੁੱਲਦਾਰ ਛਾਇਆ ਵਾਲਾ ਬ੍ਰਿਛ ਖੜਾ ਹੋਵੇ, ਆਉਂਦਾ ਜਾਂਦਾ ਹਰ ਕੋਈ ਉਸ ਦੀ ਛਾਂ ਹੇਠਾਂ ਬੈਠ ਕੇ ਆਰਾਮ ਪਾਉਂਦਾ ਹੈ। ਫਿਰ ਵੀ ਉਸ ਦੇ ਫੁੱਲ ਤੋੜਨ ਵਾਸਤੇ ਕੋਈ ਇੱਟੇ ਵੱਟੇ ਅਥਵਾ ਡੰਡੇ ਮਾਰਦਾ ਹੈ। ਪਰ ਬ੍ਰਿਛ ਪਰ ਉਪਕਾਰੀ ਹੈ, ਉਹ ਮਾਰ ਕੇ ਵੀ ਕੁਝ ਗੁੱਸਾ ਨਹੀਂ ਕਰਦਾ ਤੇ ਆਪਣੇ ਸੁੰਦਰ ਫਲ ਦਿੰਦਾ ਹੈ। ਤਿਵੇਂ ਹੀ ਪਰ ਉਪਕਾਰੀ ਸਤਿਗੁਰੂ ਜੀ ਤੋਂ ਪਦਾਰਥ ਲੈ ਕੇ ਵੀ ਚੁਗਲ ਲੋਕ ਚੁਗਲੀ ਕਰਨ ਤੋਂ ਨਹੀਂ ਟਲੇ। ਜਿਵੇਂ ਸੱਪ ਦੁੱਧ ਪੀ ਕੇ ਵੀ ਡੰਗ ਮਾਰਨੋਂ ਨਹੀਂ ਟਲਦਾ। ਸ਼੍ਰੀ ਚੰਦ ਜੀ ਦਾ ਜਨਮ। ਬਾਲਾ ਜੀ ਕਹਿਣ ਲੱਗੇ, ਪਾਤਸ਼ਾਹ ਜੀ ਅਗਲੀ ਕਥਾ ਸੁਣੋ। ਸ਼੍ਰੀ ਸਣੀ ਜੀ ਸਦਾ ਆਪ ਜੀ ਦੀ ਤਨ ਮਨ ਨਾਲ ਸੇਵਾ ਕਰਦੀ ਅਤੇ ਜਿਸ ਤਰ੍ਹਾਂ ਗੁਰੂ ਜੀ ਹੁਕਮ ਕਰਦੇ ਤਿਵੇਂ ਹੀ ਕਾਰ ਕਰਦੀ। ਜਦ ਸਤਿਗੁਰੂ ਜੀ ਘਰ ਆਉਂਦੇ ਤਾਂ ਟਹਿਲਣ ਵਾਂਗ ਆਪਣੇ ਹੱਥਾਂ ਨਾਲ ਪੱਖਾ ਝੱਲਦੀ, ਬੜੇ ਪ੍ਰੇਮ ਨਾਲ ਠੰਡੇ ਜਲ ਨਾਲ ਆਪ ਜੀ ਦੇ ਚਰਨ ਧੋ ਕੇ ਫਿਰ ਕੱਪੜੇ ਨਾਲ ਪੂੰਝ ਕੇ ਸਾਫ਼ ਕਰਦੀ। ਘਰ ਵਿੱਚ ਸਾਰੇ ਨੌਕਰ ਨੌਕਰਾਣੀਆਂ ਨੂੰ ਹਟਾ ਕੇ ਸੁਣੀ ਆਪਣੇ ਹੱਥੀ ਬੜੀ ਨਿਮਰਤਾ ਨਾਲ ਸੇਵਾ ਕਰ ਕੇ ਬੜੀ ਖੁਸ਼ੀ ਮਨਾਉਂਦੀ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਦੋਹਰਾ ਆਰੁਨਤਾ ਟਿਗ ਸੁਧ ਫਟਕ ਜਿਉ ਆਰੁਨ ਹਵੈ ਜਾਤ, ਤਿਉ ਸ਼੍ਰੀ ਗੁਰੂ ਪ੍ਰਤਾਪ ਤੇ ਭਈ ਅਦਕ ਵਰਦਾਤ। ਅਰਥਾਤ ਜਿਵੇਂ ਲਾਲੀ ਪਾਸ ਸਾਫ਼ ਸ਼ੀਸ਼ਾ ਲਾਲ ਹੀ ਹੋ ਜਾਂਦਾ ਹੈ, ਇਸ ਤਰ੍ਹਾਂ ਹੀ ਸ਼੍ਰੀ ਗੁਰੂ ਜੀ ਦੀ ਕਿਰਪਾ ਨਾਲ ਸ਼੍ਰੀ ਸੁਲੱਖਣੀ ਜੀ ਵੀ ਚੰਗੀ ਦਾਤੀ ਹੋ ਗਈ।
ਜੋ ਵੀ ਲੋੜਵੰਦ ਆਉਂਦਾ ਉਸ ਨੂੰ ਉਸੇ ਤਰ੍ਹਾਂ ਹੀ ਦਾਨ ਬਖਸ਼ਿਸ਼ ਕਰਦੀ ਜਿਵੇਂ ਗੁਰੂ ਜੀ ਆਪ ਕਰਦੇ ਸਨ। ਇਸ ਤਰ੍ਹਾਂ ਹੀ ਜਦ ਕੁਝ ਸਮਾਂ ਖੁਸ਼ੀਆਂ ਨਾਲ ਲੰਘ ਗਿਆ ਤਾਂ ਇੱਕ ਦਿਨ ਪਤੀ ਪਤਨੀ ਦੇ ਸੰਜੋਗ ਦਾ ਗਰਭਵਤੀ ਹੋ ਕੇ ਬੜੀ ਪ੍ਰਸੰਨ ਹੋਈ। ਉਹ ਸਮੇਂ ਸਤਿਗੁਰੂ ਜੀ 32 ਵਰਸਾਂ ਦੀ ਉਮਰ ਸੀ ਜਦ ਸ੍ਰੀ ਚੰਦ ਜੀ ਨੇ ਜਨਮ ਲਿਆ। ਕਾਕੇ ਦਾ ਜਨਮ ਸੁਣ ਕੇ ਬੇਬੇ ਨਾਨਕੀ ਜੀ ਇਉਂ ਖੁਸ਼ ਹੋਈ ਜਿਵੇਂ ਕਿਸੇ ਪਿਆਸੇ ਨੂੰ ਅੰਮ੍ਰਿਤ ਪੀਣ ਵਾਸਤੇ ਮਿਲ ਜਾਏ ਤੇ ਉਹ ਖੁਸ਼ ਹੁੰਦਾ ਹੈ। ਬੀਬੀ ਜੀ ਨੇ ਸਾਰੇ ਸ਼ੁਭ ਸ਼ਗਨ ਕੀਤੇ, ਗਰੀਬਾਂ ਮੰਗਤਿਆਂ ਨੂੰ ਬਹੁਤ ਅੰਨ ਤੇ ਕੱਪੜੇ ਨਗਦੀ ਆਦਿ ਦਾਨ ਕੀਤੇ। ਬੀਬੀ ਜੀ ਨੇ ਤਲਵੰਡੀ ਮਹਿਤਾ ਕਾਲੂ ਜੀ ਨੂੰ ਖਬਰ ਭੇਜ ਦਿੱਤੀ ਕਿ ਤੁਹਾਡੇ ਘਰ ਪੋਤਰੇ ਨੇ ਜਨਮ ਲਿਆ ਹੈ। ਮਹਿਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਪੋਤਰੇ ਦਾ ਜਨਮ ਸੁਣ ਕੇ ਬੇਅੰਤ ਖੁਸ਼ ਹੋਏ ਅਤੇ ਪੋਤਰੇ ਦੇ ਦੇਖਣ ਵਾਸਤੇ ਸੁਲਤਾਨਪੁਰ ਆ ਗਏ। ਗੁਰੂ ਜੀ ਨੇ ਮਾਤਾ ਪਿਤਾ ਦੇ ਚਰਨਾਂ ਤੇ ਮੱਥਾ ਟੇਕਿਆ, ਖੁਸ਼ੀਆਂ ਲਈਆਂ। ਮਾਤਾ ਜੀ ਪੋਤਰੇ ਦਾ ਮੂੰਹ ਵੇਖ ਕੇ ਬੇਅੰਤ ਧਨ ਵੰਡਿਆ ਅਤੇ ਕੁਝ ਦਿਨ ਖੁਸ਼ੀਆਂ ਕਰਕੇ ਵਾਪਸ ਤਲਵੰਡੀ ਪਹੁੰਚ ਗਏ। ਜਦ ਬਾਲਕ ਜੀ ਦੇ ਜਨਮ ਦਿਨ ਨੂੰ 1 ਸਾਲ ਹੋ ਗਿਆ ਤਾਂ ਬੇਬੇ ਨਾਨਕੀ ਜੀ ਨੇ ਬੇਦੀ ਕੁਲ ਦੀ ਰੀਤੀ ਅਨੁਸਾਰ ਉਸ ਦਾ ਨਾਮ ਸ੍ਰੀ ਚੰਦ ਰੱਖਿਆ। ਬੇਬੇ ਜੀ ਨੇ ਆਪਣੇ ਭਤੀਜੇ ਸ੍ਰੀ ਚੰਦ ਜੀ ਨੂੰ ਆਪਣੀ ਗੋਦੀ ਵਿੱਚ ਪਾ ਲਿਆ ਅਤੇ ਖੁਸ਼ੀਆਂ ਚਾਵਾਂ ਨਾਲ ਸ੍ਰੀ ਜੀ ਦੀ ਪਾਲਣਾ ਕਰਨ ਲੱਗੀ। ਭਗੀਰਥ ਗੁਰੂ ਜੀ ਦਾ ਸਿੱਖ ਬਣਿਆ। ਬਾਲਾ ਜੀ ਕਹਿਣ ਲੱਗੇ, ਸਤਿਗੁਰੂ ਜੀ, ਸੁਲਤਾਨਪੁਰ ਦੇ ਨੇੜੇ ਇੱਕ ਮੇਲ ਸਿੰਘਾਂ ਪਿੰਡ ਵਿੱਚ ਕਾਲਕਾ ਦਾ ਪੁਜਾਰੀ ਇੱਕ ਆਦਮੀ ਭਗੀਰਥ ਰਹਿੰਦਾ ਸੀ। ਉਹ ਭਗੀਰਥ ਜਿਸ ਤਰ੍ਹਾਂ ਗੁਰੂ ਦਾ ਸਿੱਖ ਬਣਿਆ ਉਹ ਵਾਰਤਾ ਮੈਂ ਤੁਹਾਨੂੰ ਸੁਣਾਉਂਦਾ ਹਾਂ। ਉਹ ਰਾਤ ਦਿਨ ਕਾਲਕਾ ਦੀ ਉਪਾਸਨਾ ਵਿੱਚ ਲੱਗਾ ਰਹਿੰਦਾ ਸੀ। ਇਸ ਦੇਵੀ ਨੂੰ ਉਹ ਸ਼ਿਵ, ਜਗਦੰਬਾ, ਅਸ਼ਟਪੂਜੀ, ਲਾਲ ਨੇਤਰਾਂ ਵਾਲੀ, ਮੁੰਡਾਂ ਦੀ ਮਾਲਾ ਵਾਲੀ, ਜਵਾਲਾ ਪਖਣੀ, ਸ਼ੇਰ ਦੀ ਸਵਾਰੀ ਵਾਲੀ, ਸੰਤਾਂ ਨੂੰ ਪਾਲਣ ਵਾਲੀ, ਦੈਂਤਾਂ ਦਾ ਨਾਸ਼ ਕਰਨ ਵਾਲੀ, ਮਦਕੈਟਭ ਤੇ ਮਹਿਕਾਸੁਰ, ਧੁਮਾਸ਼, ਚੰਡ, ਰਕਤ ਬੀਜ ਅਤੇ ਸੁੰਭ ਨਿਸੁੰਭ ਆਦਿ ਦੈਂਤਾਂ ਨੂੰ ਨਾਸ਼ ਕਰਨ ਵਾਲੀ ਸ਼ਕਤੀ ਆਖ ਕੇ ਉਸ ਦੇ ਦਰਸ਼ਨ ਕਰਨ ਵਾਸਤੇ ਰਾਤ ਦਿਨ ਉਸ ਸਥਿਤੀ ਵਿੱਚ ਲੱਗਾ ਰਹਿੰਦਾ। ਇੱਕ ਦਿਨ ਇਉਂ ਆਰਾਧਨਾ ਕਰਦੇ ਸਾਰਾ ਦਿਨ ਹੀ ਕਾਲਕਾ ਦੀ ਮੂਰਤੀ ਸਾਹਮਣੇ ਬੈਠੇ ਨੂੰ ਬੀਤ ਗਿਆ। ਜਦ ਇਸ ਧਿਆਨ ਵਿੱਚ ਬੈਠੇ ਨੂੰ ਅੱਧੀ ਰਾਤ ਹੋ ਗਈ ਤਾਂ ਊਂਘ ਵਿੱਚ ਉਸ ਨੂੰ ਸੁਪਨਾ ਆਇਆ। ਇਸ ਵਿੱਚ ਵੀ ਨੇ ਕਿਹਾ, ਭਗਤਾ, ਮੈਂ ਤੈਨੂੰ ਇਹ ਵਰ ਦਿੰਦੀ ਹਾਂ, ਤੇਰਾ ਮਨੋਰਥ ਪੂਰਾ ਹੋ ਜਾਏਗਾ। ਤੂੰ ਸੁਲਤਾਨਪੁਰ ਗੁਰੂ ਨਾਨਕ ਜੀ ਦੀ ਚਰਨ ਸੇਵਾ ਵਿੱਚ ਲੱਗ। ਉਹ ਕਰਤਾਰ ਰੂਪ ਅਵਤਾਰ ਹਨ, ਕਲ ਯੁੱਗ ਜੀਵਾਂ ਦਾ ਉਦਾਰ ਕਰਨ ਆਏ ਹਨ। ਉਹਨਾਂ ਤੇ ਸ਼ਰਧਾ ਧਾਰ, ਤੇਰਾ ਜੀਵਨ ਸਫਲ ਹੋ ਜਾਏਗਾ। ਇਸ ਉਪਰੰਤ ਭਗੀਰਥ ਦੀ ਅੱਖ ਖੁੱਲ੍ਹ ਗਈ। ਸਾਰੀ ਰਾਤ ਉਹ ਇਸ ਸੁਪਨੇ ਨੂੰ ਸੋਚਦਾ ਰਿਹਾ। ਸਵੇਰ ਹੋਈ ਤਾਂ ਉਸ ਨੂੰ ਇਤਨਾ ਵੈਰਾਗ ਹੋ ਗਿਆ ਕਿ ਉਹ ਆਪਣੇ ਕੁਟੁੰਬ ਅਤੇ ਪਿੰਡ ਦੀ ਚੌਧਰ ਨੂੰ ਛੱਡ ਕੇ ਸੁਲਤਾਨਪੁਰ ਗੁਰੂ ਨਾਨਕ ਜੀ ਦੀ ਸੇਵਾ ਵਿੱਚ ਆਣ ਹਾਜ਼ਰ ਹੋਇਆ। ਭਗੀਰਥ ਨੇ ਗੁਰੂ ਜੀ ਦੇ ਚਰਨਾਂ ਤੇ ਅਜਿਹਾ ਸਿਰ ਰੱਖਿਆ ਕਿ ਮੁੜ ਚੁੱਕੇ ਹੀ ਨਾ। ਗੁਰੂ ਜੀ ਨੇ ਉਸ ਦਾ ਪ੍ਰੇਮ ਵੇਖ ਕੇ ਬਾਹੋਂ ਫੜ ਕੇ ਉਠਾਇਆ ਤੇ ਪੁੱਛਿਆ, ਤੂੰ ਕੌਣ ਹੈ ਅਤੇ ਕਿਸ ਮਨੋਰਥ ਵਾਸਤੇ ਆਇਆ ਹੈ? ਭਗੀਰਥ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਸਭ ਕੁਝ ਜਾਣਦੇ ਹੋ, ਪਰ ਫਿਰ ਵੀ ਆਪ ਜੀ ਪੁੱਛਣ ਕਰਕੇ ਦੱਸਦਾ ਹਾਂ ਕਿ ਮੈਂ ਮਹਿਲ ਸਿੰਘਾਂ ਪਿੰਡ ਦੇ ਰਹਿਣ ਵਾਲਾ ਹਾਂ, ਕਾਲੀ ਦੇਵੀ ਦਾ ਉਪਾਸਕ ਹਾਂ। ਉਸ ਨੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਆਪ ਜੀ ਦੀ ਸ਼ਰਨ ਭੇਜਿਆ ਹੈ। ਮੈਂ ਆਪ ਜੀ ਬਾਰੰਬਾਰ ਨਮਸਕਾਰ ਕਰਦਾ ਹਾਂ। ਆਪ ਸ਼ਰਨ ਆਇਆਂ ਦੀ ਪਾਲਣਾ ਕਰਨ ਵਾਲੇ ਹੋ। ਉਸ ਦਾ ਪ੍ਰੇਮ ਤੇ ਸ਼ਰਧਾ ਵੇਖ ਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਉਸ ਨੂੰ ਆਪਣੀ ਸੇਵਾ ਵਿੱਚ ਲਾ ਲਿਆ। ਭਾਈ ਭਗੀਰਥ ਦਿਨ ਰਾਤ ਆਪ ਜੀ ਦੀ ਸੇਵਾ ਕਰਦਾ ਅਤੇ ਆਗਿਆ ਵਿੱਚ ਪ੍ਰਸੰਨ ਰਹਿੰਦਾ, ਮਨ ਵਿੱਚ ਬੜੀ ਸ਼ਰਧਾ ਰੱਖਦਾ। ਇਸ ਤਰ੍ਹਾਂ ਕੁਝ ਸਮਾਂ ਬੀਤ ਗਿਆ। ਇੱਕ ਦਿਨ ਤਲਵੰਡੀ ਤੁਰਾਨਾ ਆ ਗਿਆ। ਉਸ ਨੇ ਗੁਰੂ ਜੀ ਨੂੰ ਆਖਿਆ, ਜਜਮਾਨ, ਤੁਸੀਂ ਕਿਹਾ ਸੀ ਮੈਂ ਹੋਰ ਕਿਸੇ ਪਾਸੋਂ ਨਾ ਮੰਗਿਆ ਕਰਾਂ, ਸੋ ਮੈਂ ਕਿਸੇ ਪਾਸੋਂ ਕਦੀ ਕੁਝ ਨਹੀਂ ਮੰਗਦਾ। ਹੋਰ ਤਾਂ ਮੇਰੀ ਗੁਜ਼ਾਰਨ ਚੰਗੀ ਚੱਲ ਰਹੀ ਹੈ। ਹੁਣ ਮੇਰੀ ਲੜਕੀ ਦੀ ਸ਼ਾਦੀ ਹੈ, ਜਿਸ ਤੇ ਬਹੁਤ ਖਰਚ ਹੋਵੇਗਾ, ਪਰ ਮੇਰੇ ਪਾਸ ਇਤਨਾ ਖਰਚ ਕਰਨ ਦੀ ਸਮਰੱਥਾ ਨਹੀਂ ਹੈ। ਇਸ ਵਾਸਤੇ ਮੈਂ ਆਪ ਜੀ ਦੇ ਪਾਸ ਆਇਆ ਹਾਂ। ਮਰਦਾਨੇ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਭਗੀਰਥ ਨੂੰ ਆਖਿਆ ਕਿ ਮਰਦਾਨੇ ਪਾਸੋਂ ਵਿਆਹ ਦੀ ਸਮੱਗਰੀ ਲਿਖ ਕੇ ਲਾਹੌਰ ਚਲੇ ਜਾਓ ਅਤੇ ਉੱਥੋਂ ਖਰੀਦ ਕੇ ਲੈ ਆਓ। ਉੱਥੇ ਕੇਵਲ ਇੱਕ ਰਾਤ ਹੀ ਰਹਿਣਾ, ਸਮੱਗਰੀ ਲੈ ਕੇ ਛੇਤੀ ਵਾਪਸ ਆਉਣਾ। ਮਰਦਾਨੇ ਪਾਸੋਂ ਸਾਰੀ ਵਸਤ ਪੁੱਛ ਕੇ ਭਾਈ ਭਗੀਰਥ ਲੋੜ ਅਨੁਸਾਰ ਧਨ ਕੇ ਲਾਹੌਰ ਪਹੁੰਚ ਗਿਆ। ਮਨ ਸੁਖ ਨੇ ਸਿੱਖ ਹੋਣਾ। ਲਾਹੌਰ ਪਹੁੰਚ ਕੇ ਭਗੀਰਥ ਇੱਕ ਦੁਕਾਨਦਾਰ ਮਨ ਸੁਖ ਨੂੰ ਮਿਲਿਆ ਅਤੇ ਸਾਰੀ ਗੱਲ ਉਸ ਨੂੰ ਦੱਸੀ। ਗੱਲ ਦੱਸ ਕੇ ਸਮੱਗਰੀ ਵਾਲਾ ਕਾਗਜ਼ ਉਸ ਨੂੰ ਦੇ ਕੇ ਆਖਿਆ ਕਿ ਇਹ ਸਾਰੀ ਸਮੱਗਰੀ ਮੈਨੂੰ ਛੇਤੀ ਲੈ ਦਿਓ, ਇੱਥੇ ਮੈਂ ਇੱਕ ਰਾਤ ਤੋਂ ਵੱਧ ਨਹੀਂ ਰਹਿ ਸਕਦਾ। ਮਨ ਸੁਖ ਨੇ ਬੜੇ ਸਤਿਕਾਰ ਨਾਲ ਕਿਹਾ, ਰਾਤ ਵਿਸਰਾਮ ਕਰੋ।
दिन चढ़े सारी वस्त लै दियांगा। मन सुख ने सारा कागज पढ़ के आख्या कि होर सारी वस्त तो तैयार हो जाएगी, पर लाल चूड़ा तैयार नहीं हो सकेगा। जे तू दूसरी रात विश्राम करेगा तो सुंदर चूड़ा भी तैयार करवा दियांगा। भगीरथ ने कहा, जी तुसी ठीक कहते हो, पर इत्थे एक गल होर है, जे मैं दूसरी रात इस शहर विच ठहर जावांगा तां मेरा सारा जन्म ही निष्फल चलिया जाएगा। मन सुख ने हैरान होकर पूछया, इस दा कारण की है? मेरे मन दा संसा निवृत्त करो। भगीरथ ने दस्या कि मैं गुरु दा यही कि मेरे गुरु दा यही है, जे मैं इस हुक्म की पालना ना करांगा तां मेरा जन्म बिरथा चला जाएगा। उन्हां दा बचन कदी खाली नहीं जाता। मन सुख ने कहा, इस कल युग विच ऐसा किहड़ा पुरुष है जिन्हां दा हुक्म ना मनण नाल पुरुष दा सारा जीवन व्यर्थ चलिया जाता है। भगीरथ ने कहा, शाह जी इस उत्ते कोई शंका ना करो, क्योंकि जिन्हां दी प्रशंसा करदा हां ਉਹ ਇਸ ਕਲ ਯੁਗ ਵਿੱਚ ਸੰਸਾਰ ਦਾ ਉਧਾਰ ਕਰਨ ਵਾਸਤੇ ਪਰਮੇਸ਼ਰ ਆਪ ਹੀ ਅਵਤਾਰ ਧਾਰ ਕੇ ਆਇਆ ਹੈ। ਉਹ ਘਟ ਦੇ ਜਾਣਨਹਾਰ ਅਤੇ 14 ਲੋਕਾਂ ਦੇ ਪ੍ਰੇਰਕ ਹਨ। ਸਭ ਕਾਰ ਵਿਹਾਰ ਸੰਸਾਰੀ ਮਰਿਆਦਾ ਕਰਦੇ ਹਨ, ਪਰ ਹਿਰਦੇ ਵਿੱਚ ਪੂਰਨ ਗਿਆਨ ਹੈ। ਇਹ ਗੱਲ ਸੁਣ ਕੇ ਮਨ ਸੁਖ ਨੇ, ਜਿਸ ਦੇ ਮਨ ਵਿੱਚ ਸੰਤਾਂ ਮਿਲਣ ਦੀ ਸਦਾ ਹੀ ਅਭਿਲਾਖਾ ਰਹਿੰਦੀ ਸੀ, ਆਖਿਆ ਕਿ ਤੇਰਾ ਗੁਰੂ ਮੈਨੂੰ ਵੀ ਕੋਈ ਆਪਣੀ ਸ਼ਕਤੀ ਵਿਖਾ ਦੇਵੇ ਤਾਂ ਮੈਂ ਵੀ ਉਸ ਦਾ ਪ੍ਰੇਮੀ ਸਿੱਖ ਹੋ ਜਾਵਾਂਗਾ। क्योंकि पाखंडी साधु तो मैनू बहुत मिले हैं, पर किसी पासों भी मेरे मन में शांति नहीं मिली। इस करके मैनू इन्हां संतां ते भरोसा नहीं रहा। भगीरथ ने कहा, शाह जी पहला अपने मन हुजतां नूं दूर करके फिर शरधा धार के दर्शन करो, तुहानूं आपे पता लग जाएगा कि गुरु जी शक्तिवान हैं कि नहीं। जिवें कोई समुंदर तो पानी की एक बूंद मंगे तो उत्थे कोई घाटा नहीं हुंदा, जितनियां दिल करे बूंदां लै लवे। तिवें ही सतगुरु पास जिहड़ा शरधा धार के जाता है, ਉਹ जो कुछ मंगे उस नूं मिल जाता है। मन सुख ने भगीरथ पासों यह बचन सुन के आख्या कि मेरे घर एक सुंदर चूड़ा तैयार है, ਉਹ मैं नाल चल के गुरु जी की भेटा कर दियांगा। मैं तेरे नाल ही चलदा हाँ। गुरु जी मैनू मेरा नाम लैके बुला लैणगे तां मन लवांगा कि ਇਹ शक्तिवान ਹਨ। इस तरह के बचन विलास करके लाहौर तो समग्री लैके भाई भगीरथ ते मन सुख तलवंडी नूं चल पए। जद तलवंडी गुरु जी पास पहुंचे तो गुरु जी ने वेखते सार ही आख्या, आओ पर उपकारी भाई भगीरथ। मन सुख नूं भी नाल लै आया है। सतगुरु जी दे यह बचन सुन के मन सुख तत्काल ही आप जी दे चरनां ते ढह पिया, मानो उस अत तिहाई नूं पानी मिल गया। विआह दी समग्री सतगुरु जी अगे रख के भगीरथ ने आख्या, सच्चे पातशाह आप सब कुछ जानते हो, यह आप जी दा सिख बनन वास्ते आया है। गुरु जी ने मरदाने नूं विआह दी सारी समग्री अते कुछ नगद धन दे दिता। इस नूं लैके मरदाना खुश हो के तलवंडी आ गया। तलवंडी विच मरदाने ने गुरु जी की बहुत उपमा की कि इन्हां वर्गा होर कोई सखी नहीं है। मन सुख ने बड़े प्रेम ते शरधा नाल 2 दिन सुल्तानपुर बतीत करके गुरु जी अगे बेनती की कि हे दीनानाथ, यह संसार अन्ना खाता है, जिहड़ा इस विच डिग पवे ਉਹ ਮੁੜ ਆਪਣੇ ਆਪ ਨਿਕਲ ਨਹੀਂ ਸਕਦਾ। ਮੇਰੇ ਤੇ ਕਿਰਪਾ ਕਰਕੇ ਇਸ ਵਿੱਚ ਬਚਾ ਲਵੋ। ਮੈਂ ਆਪ ਜੀ ਦੀ ਸ਼ਰਨ ਆਇਆ ਹਾਂ, ਮੈਨੂੰ ਆਪਣਾ ਸਿੱਖ ਜਾਣ ਕੇ ਉਪਦੇਸ਼ ਦਿਓ, ਜਿਸ ਨਾਲ ਮੇਰਾ ਨਿਸਤਾਰਾ ਹੋ ਜਾਵੇ। ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ ਕਿ ਜਿਸ ਮਨ ਵਿੱਚ ਇਸ ਪ੍ਰਕਾਰ ਦੀ ਹਉਮੈ ਧਾਰੀ ਹੋਈ ਹੈ ਕਿ ਇਹ ਮੇਰਾ ਘਰ ਹੈ, ਇਹ ਮੇਰਾ ਧਨ ਹੈ, ਇਹ ਮੇਰਾ ਪੁੱਤਰ ਹੈ, ਇਹ ਮੇਰੀ ਇਸਤਰੀ ਹੈ, ਇਹ ਮੇਰਾ ਪਰਿਵਾਰ ਹੈ, ਇਹ ਮੇਰਾ ਦੇਸ਼ ਘੋੜੇ ਤੇ ਹਾਥੀ ਹਨ, ਇਹ ਮੇਰਾ ਪਿੰਡ ਤੇ ਸੈਨਾ ਹੈ, ਇਹ ਮੇਰੀ ਦੇਹੀ ਤੇ ਹੋਰ ਪਦਾਰਥ ਹਨ। ਜਿਵੇਂ ਜੀਵ ਨੇ ਇਸ ਪ੍ਰਕਾਰ ਦੀ ਵਿਅਰਥ ਹੀ ਮਮਤਾ ਧਾਰੀ ਹੈ, ਉੱਥੇ ਉਹ ਸਦਾ ਹੀ ਜਨਮ ਮਰਨ ਦੇ ਦੁੱਖ ਭੋਗਦਾ ਰਹੇਗਾ। ਇਸ ਵਾਸਤੇ ਇਹ ਝੂਠੀ ਮੋਹ ਮਾਇਆ ਨੂੰ ਤਿਆਗ ਕੇ ਪ੍ਰੇਮ ਨਾਲ ਸਤਨਾਮ ਦਾ ਜਾਪ ਕਰੋ ਅਤੇ ਪਰਮੇਸ਼ਰ ਦਾ ਭਾਣਾ ਮਿੱਠਾ ਕਰਕੇ ਮੰਨੋ। ਇਹ ਸਭ ਤੋਂ ਪਵਿੱਤਰ ਮਾਰਗ ਹੈ। ਇਹਨਾਂ ਗੱਲਾਂ ਤੇ ਦ੍ਰਿੜਤਾ ਨਾਲ ਅਮਲ ਕਰੋ ਤਾਂ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਜਾਏਗੀ ਅਤੇ ਮੁਕਤੀ ਪ੍ਰਾਪਤ ਕਰਨ ਵਿੱਚ ਕੋਈ ਸੰਸਾ ਨਹੀਂ ਰਹੇਗਾ। ਸਤਿਗੁਰੂ ਜੀ ਦੇ ਇਹਨਾਂ ਬਚਨਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ ਮਨਮੁਖ ਕੁਝ ਦਿਨ ਸੁਲਤਾਨਪੁਰ ਨਿਵਾਸ ਕਰਕੇ ਗੁਰੂ ਜੀ ਦੇ ਦੱਸੇ ਹੋਏ ਸ਼ਬਦ ਲਿਖ ਕੇ ਲਾਹੌਰ ਆ ਗਿਆ ਅਤੇ ਉਹਨਾਂ ਦਾ ਪਾਠ ਪ੍ਰੇਮ ਨਾਲ ਕਰਕੇ ਆਪਣਾ ਕਾਰ ਵਿਹਾਰ ਸੱਚਾਈ ਨਾਲ ਕਰਦਾ ਹੋਇਆ ਮੁਕਤ ਪਦ ਨੂੰ ਪ੍ਰਾਪਤ ਹੋਇਆ। ਵੇਈ ਪ੍ਰਵੇਸ਼।
ਭਾਈ ਬਾਲਾ ਕਹਿਣ ਲੱਗਾ, ਹੇ ਗੁਰੂ ਜੀ, ਸਤਿਗੁਰੂ ਜੀ ਬਹੁਤ ਸਮਾਂ ਮੋਦੀ ਦੀ ਕਾਰ ਬੜੀ ਚੰਗੀ ਤਰ੍ਹਾਂ ਕਰਦੇ ਰਹੇ। ਆਪਣੇ ਹੱਥ ਵਿੱਚ ਜਦ ਤੱਕੜੀ ਲੈ ਕੇ ਸੌਦਾ ਤੋਲਦੇ ਸਨ ਤਾਂ ਸਵਾਈ ਚੀਜ਼ ਤੋਲ ਕੇ ਦਿੰਦੇ ਸਨ। ਹਰ ਕੋਈ ਸੌਦਾ ਖਰੀਦ ਕੇ ਬੜਾ ਪ੍ਰਸੰਨ ਹੁੰਦਾ ਸੀ। ਦੁਕਾਨ ਤੇ ਬੈਠੇ ਗੁਰੂ ਜੀ ਇਉਂ ਸੋਭਾ ਦਿੰਦੇ ਸਨ ਜਿਵੇਂ ਭਗਤੀ ਵਿੱਚ ਗਿਆਨ ਵਸਦਾ ਹੈ ਤਾਂ ਭਗਤੀ ਸੋਭਦੀ ਹੈ। ਇਸ ਕਾਰ ਦੇ ਨਾਲ ਹੀ ਲੋਕਾਂ ਨੂੰ ਭਗਤੀ ਗਿਆਨ ਦਾ ਉਪਦੇਸ਼ ਦੇ ਕੇ ਸੁਮਾਰਗ ਪਾਈ ਜਾਂਦੇ। ਇਸ ਕਰਕੇ ਸੁਲਤਾਨਪੁਰ ਵਿੱਚ ਅਨੇਕਾਂ ਲੋਕ ਨਿੰਦਿਆ ਉਸਤਤ ਨੂੰ ਤਿਆਗ ਕੇ ਸਮਦ੍ਰਿਸ਼ਟੀ ਗਿਆਨਵਾਨ ਹੋ ਗਏ ਸਨ। ਉਪਰੰਤ ਸਤਿਗੁਰੂ ਜੀ ਨੇ ਵਿਚਾਰਿਆ ਕਿ ਕਲਯੁਗ ਵਿੱਚ ਪਖੰਡ ਬੜੇ ਫੈਲ ਗਏ ਹਨ। ਇਹਨਾਂ ਨੂੰ ਨਾਸ਼ ਕਰਨ ਵਾਸਤੇ ਹੁਣ ਉਦਮ ਕਰਨਾ ਚਾਹੀਦਾ ਹੈ। ਇਸ ਸਮੇਂ ਸ਼੍ਰੀ ਚੰਦ ਜੀ 3.5 ਸਾਲ ਦੇ ਸਨ ਅਤੇ ਲਖਮੀ ਦਾਸ ਮਾਤਾ ਜੀ ਦੇ ਗਰਭ ਵਿੱਚ ਸਨ। ਇੱਕ ਦਿਨ ਗੁਰੂ ਜੀ ਨੇ ਮੈਨੂੰ ਬਾਲੇ ਨੂੰ ਆਖਿਆ, ਬਾਲਾ, ਤੂੰ ਬੇਬੇ ਪਾਸ ਸੁਲਤਾਨਪੁਰ ਰਹੋ। ਸਾਡਾ ਚਿੱਤ ਹੁਣ ਉਪਰਾਮ ਹੋ ਗਿਆ ਹੈ। ਅਸੀਂ ਕੋਈ ਵਿਹਾਰ ਨਹੀਂ ਕਰਨਾ ਚਾਹੁੰਦੇ। ਅਸੀਂ ਸਮੇਂ-ਸਮੇਂ ਆਣ ਕੇ ਮਿਲ ਜਾਇਆ ਕਰਾਂਗੇ। ਭਗੀਰਥ ਨੂੰ ਵੀ ਇਸ ਤਰ੍ਹਾਂ ਹੀ ਆਖਿਆ। ਸੋ ਇੱਕ ਦਿਨ ਜਦ ਗੁਰੂ ਜੀ ਨਿਤ ਮਰਿਆਦਾ ਅਨੁਸਾਰ ਵੇਈ ਨਦੀ ਤੇ ਇਸ਼ਨਾਨ ਕਰਨ ਲੱਗੇ ਤਾਂ ਕਿਨਾਰੇ ਉੱਤੇ ਬੈਠ ਕੇ ਪਹਿਲਾਂ ਦਾਤਨ ਕਰਕੇ ਫਿਰ ਹੱਥ ਧੋ ਕੇ ਚੁੱਲ੍ਹਾ ਕਰਕੇ ਵੇਈ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਵੜ ਗਏ ਅਤੇ ਚੁੱਭੀ ਮਾਰ ਕੇ ਅਜਿਹੇ ਲੋਪ ਹੋ ਗਏ ਕਿ ਬਾਹਰ ਨਾ ਆਏ। ਇੱਕ ਸੇਵਾਦਾਰ ਜਿਹੜਾ ਆਪ ਜੀ ਦੇ ਬਸਤਰ ਫੜ ਕੇ ਕਿਨਾਰੇ ਬੈਠਾ ਸੀ, ਉਸ ਨੇ ਜਦ ਵੇਖਿਆ ਕਿ ਬਹੁਤ ਸਮਾਂ ਹੋ ਗਿਆ ਹੈ, ਗੁਰੂ ਜੀ ਇਸ਼ਨਾਨ ਕਰਕੇ ਬਾਹਰ ਨਹੀਂ ਆਏ, ਤਾਂ ਉਹ ਪਾਣੀ ਵਿੱਚ ਵੜ ਕੇ ਗੁਰੂ ਜੀ ਨੂੰ ਲੱਭਣ ਲੱਗਾ ਕਿ ਸ਼ਾਇਦ ਡੁੱਬ ਗਏ ਹਨ। ਪਰ ਜਦ ਸੇਵਾਦਾਰ ਨੂੰ ਗੁਰੂ ਜੀ ਦਾ ਕੋਈ ਪਤਾ ਨਾ ਲੱਗਾ ਤਾਂ ਉਹ ਨਿਰਾਸ਼ ਹੋ ਕੇ ਸਿੱਧਾ ਦੌਲਤ ਖਾਂ ਪਾਸ ਚਲਿਆ ਗਿਆ। ਉਸ ਨੇ ਨਵਾਬ ਨੂੰ ਦੱਸਿਆ ਕਿ ਮੋਦੀ ਜੀ ਅੱਜ ਸਵੇਰੇ ਅੰਮ੍ਰਿਤ ਵੇਲੇ ਨਿਤ ਵਾਂਗ ਵੇਈ ਵਿੱਚ ਇਸ਼ਨਾਨ ਕਰਨ ਵੜੇ ਸਨ, ਪਰ ਐਸ ਵੇਲੇ ਤੱਕ ਬਾਹਰ ਆਏ। ਮੈਂ ਨਦੀ ਵਿੱਚ ਵੜ ਕੇ ਲੱਭਿਆ ਹੈ, ਪਰ ਉਹਨਾਂ ਦੀ ਕੋਈ ਸੂਹ ਨਹੀਂ ਮਿਲੀ। ਦੌਲਤ ਖਾਂ ਸੁਣਦੇ ਸਾਰ ਹੀ ਘੋੜੀ ਤੇ ਕਾਠੀ ਪਵਾ ਕੇ ਝਟਪਟ ਹੀ ਨਦੀ ਦੇ ਕਿਨਾਰੇ ਪਹੁੰਚ ਗਿਆ। ਮਲਾਹਾਂ ਨੂੰ ਵੀ ਸੱਦ ਲਿਆ ਅਤੇ ਹੋਰ ਵੀ ਬਹੁਤ ਸਾਰੇ ਲੋਕ ਉੱਥੇ ਇਕੱਠੇ ਹੋ ਗਏ। ਜਦ ਇਸ ਘਟਨਾ ਦਾ ਜੈ ਰਾਮ ਨੂੰ ਪਤਾ ਲੱਗਾ ਤਾਂ ਉਹ ਵਾਹੋ ਦਾਹੀ ਦੌੜ ਕੇ ਨਦੀ ਤੇ ਆਣ ਪਹੁੰਚਿਆ। ਬਹੁਤ ਲੋਕਾਂ ਅਤੇ ਮਲਾਹਾਂ ਨੇ ਨਦੀ ਵਿੱਚ ਵੜ ਕੇ ਬਹੁਤ ਲੱਭਿਆ, ਪਰ ਆਪ ਜੀ ਦਾ ਕੋਈ ਪਤਾ ਨਾ ਲੱਗਾ। ਸਭ ਲੋਕ ਹੈਰਾਨ ਸਨ ਕਿ ਇਹ ਕੌਤਕ ਕੀ ਹੋਇਆ ਹੈ। ਜੇ ਡੁੱਬ ਗਏ ਹਨ ਤਾਂ ਲਾਸ਼ ਮਿਲਣੀ ਚਾਹੀਦੀ ਹੈ, ਪਰ ਉਹ ਵੀ ਨਹੀਂ ਮਿਲੀ। ਫਿਰ ਸੇਵਾਦਾਰਾਂ ਨੂੰ ਪੁੱਛਣ ਲੱਗੇ ਕਿ ਕੀ ਤੇਰੇ ਸਾਹਮਣੇ ਨਦੀ ਵਿੱਚ ਵੜੇ ਸਨ ਜਾਂ ਤੂੰ ਅੱਗੇ ਪਿੱਛੇ ਸੀ? ਸੇਵਾਦਾਰ ਦੱਸਿਆ ਕਿ ਮੇਰੇ ਸਾਹਮਣੇ ਹੀ ਉਹਨਾਂ ਨੇ ਪਾਣੀ ਵਿੱਚ ਵੜ ਕੇ ਟੁੱਬੀ ਮਾਰੀ ਸੀ, ਫਿਰ ਬਾਹਰ ਨਹੀਂ ਨਿਕਲੇ। ਫਿਰ ਬੇਬੇ ਨਾਨਕੀ ਜੀ ਤੇ ਸੁਲੱਖਣੀ ਜੀ ਵੀ ਹੋਰ ਬਹੁਤ ਸਾਰੀਆਂ ਇਸਤਰੀਆਂ ਨਾਲ ਨਦੀ ਦੇ ਕਿਨਾਰੇ ਪਹੁੰਚ ਗਏ। ਸਭ ਕੋਈ ਹੈਰਾਨ ਤੇ ਘਬਰਾਇਆ ਸੀ। ਕੇਵਲ ਇੱਕ ਬੀਬੀ ਨਾਨਕੀ ਜੀ ਹੀ ਮਨ ਵਿੱਚ ਕਾਇਮ ਰਹੇ। ਉਹ ਹੋਰਨਾਂ ਵਾਂਗੂ ਨਹੀਂ ਘਬਰਾਏ ਸਨ। ਬੇਬੇ ਨੇ ਜੈ ਰਾਮ ਨੂੰ ਆਖਿਆ ਕਿ ਧੀਰਜ ਕਰੋ ਕਿ ਭਰਾ ਜੀ ਈਸ਼ਵਰ ਦਾ ਅਵਤਾਰ ਹਨ। ਉਹ ਮਨੁੱਖਾਂ ਵਾਂਗ ਲੀਲਾ ਕਰਦੇ ਹਨ, ਤੁਸੀਂ ਘਬਰਾਓ ਨਹੀਂ। ਪਰ ਜੈ ਰਾਮ ਜੀ ਬਹੁਤ ਰੋਂਦੇ ਤੇ ਵਿਰਲਾਪ ਕਰਦੇ ਸਨ। ਉਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ ਸੀ ਆਉਂਦੀ। ਉਹ ਕਹਿੰਦੇ, ਵੇਖੋ ਮਲਾਹਾਂ ਨੇ ਜਾਲ ਪਾਏ ਹਨ, ਉਹਨਾਂ ਵਿੱਚ ਕੱਛੂ ਤੇ ਮੱਛੀਆਂ ਤੱਕ ਗਏ ਹਨ, ਪਰ ਨਾਨਕ ਜੀ ਦਾ ਸਰੀਰ ਨਹੀਂ ਆਇਆ। ਬਹੁਤਾ ਰੋਣ ਨਾਲ ਉਹਨਾਂ ਦੇ ਕੱਪੜੇ ਵੀ ਭਿੱਜ ਗਏ। ਸ਼੍ਰੀ ਸੁਲੱਖਣੀ ਜੀ ਵੀ ਬਹੁਤ ਰੋਂਦੀ ਤੇ ਵਿਰਲਾਪ ਕਰਦੀ ਸੀ, ਜਿਸ ਨੂੰ ਸੁਣ ਕੇ ਹਰ ਕੋਈ ਅਥਰੂ ਕਿਰਨ ਲੱਗ ਪੈਂਦਾ ਸੀ। ਇਸ ਨੂੰ ਵੀ ਬੇਬੇ ਨਾਨਕੀ ਜੀ ਨੇ ਧੀਰਜ ਦੇ ਕੇ ਆਖਿਆ ਕਿ ਤੂੰ ਨਿਸ਼ਚਾ ਰੱਖ, ਭਰਾ ਜੀ ਜ਼ਰੂਰ ਆ ਜਾਣਗੇ, ਤੂੰ ਵਿਰਲਾਪ ਨਾ ਕਰ। ਹੋਰ ਗੁਰੂ ਜੀ ਦੇ ਮਿੱਤਰ ਬਹੁਤ ਰੋ ਰੋ ਕੇ ਆਪ ਜੀ ਨੂੰ ਯਾਦ ਕਰਦੇ ਸਨ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਦੋਹਰਾ ਅਸ ਪ੍ਰਕਾਰ ਸਭ ਮਾਨ ਕੈ ਅਚਰਜ ਉਰ ਨਰ ਨਾਰ, ਕੋਇਕ ਸੁਜਸ ਉਚਾਰਹੀ ਕੋਇਕ ਨਿੰਦਹਿ ਕਰਾ ਗਵਾਰ। ਅਰਥਾਤ ਇਹ ਵੇਖ ਕੇ ਇਤਨੇ ਯਤਨ ਕਰਨ ਉਪਰੰਤ ਵੀ ਗੁਰੂ ਜੀ ਦੀ ਦੇਹੀ ਨਾ ਲੱਭੀ। ਇਸ ਨੂੰ ਕੌਤਕ ਮੰਨ ਕੇ ਇਸਤਰੀ ਪੁਰਸ਼ ਸਾਰੇ ਮਨ ਵਿੱਚ ਬਹੁਤ ਹੈਰਾਨ ਸਨ। ਕੋਈ ਤਾਂ ਆਪ ਜੀ ਦੀ ਉਪਮਾ ਕਰਦਾ ਸੀ ਕਿ ਬੜੇ ਨੇਕ ਸੁਭਾਅ ਵਾਲੇ ਸਖੀ ਪੁਰਸ਼ ਸਨ, ਅਤੇ ਕਈ ਮੂਰਖ ਆਪ ਜੀ ਦੀ ਨਿੰਦਿਆ ਕਰਦੇ ਸਨ ਕਿ ਮੋਦੀ ਖਾਨੇ ਦਾ ਸਭ ਕੁਝ ਲੁਟਾ ਕੇ ਹੁਣ ਹੋਰ ਕੁਝ ਨਹੀਂ ਬਣ ਸਕਿਆ ਤੇ ਘਾਟੇ ਦੇ ਡਰ ਤੋਂ ਡੁੱਬ ਕੇ ਆਪਣੀ ਜਾਨ ਹੀ ਗਵਾ ਲਈ ਹੈ। ਜੈ ਰਾਮ ਇਹ ਸਾਰੀਆਂ ਨਿੰਦਕਾਂ ਦੀਆਂ ਸੁਣ ਕੇ ਬੜੇ ਦੁਖੀ ਹੁੰਦੇ ਅਤੇ ਰੁਦਨ ਕਰਦੇ। ਸਾਰੇ ਪਰਿਵਾਰ ਅਤੇ ਲੋਕਾਂ ਦੀ ਸ਼ੋਕਮਈ ਦਸ਼ਾ ਵੇਖ ਕੇ ਬੇਬੇ ਨਾਨਕੀ ਜੀ ਨੇ ਇਉਂ ਅਰਦਾਸ ਕੀਤੀ, ਸਵੈਆ ਹੇ ਜਗਬੰਦ ਪ੍ਰਭੂ ਸੁਖਕੰਦ ਮੁਕੰਦ ਆਨੰਦ ਕੋ ਦਾਸਨ ਦਾਨੀ, ਸ਼੍ਰੀ ਕਰਤਾਰ ਮੁਜਾਰ ਅਗਾਰ ਲਿਓ ਅਵਤਾਰ ਸੂ ਮੈਂ ਮੰਨੀ। ਜੇ ਸ਼ਰਧਾ ਮਮ ਸਾਚ ਹਿਰਦੇ ਮਹਿ ਤੋ ਪ੍ਰਗਟੇ ਪ੍ਰਭਾਤ ਮਹਾਨੀ, ਸ਼ੋਕ ਹਰੋ ਨਿਜ ਲੋਕਨ ਕੋ ਸਹਿ ਸ਼ੋਕ ਕਰੇ ਜੇ ਮੂੰਡ ਗੁਮਾਨੀ।
ਅਰਥਾਤ ਹੇ ਜਗਤ ਦੇ ਪੂਜਿਆ ਸੁੱਖਾਂ ਦੇ ਦਾਤੇ, ਦਾਸਾਂ ਨੂੰ ਮੁਕਤੀ ਦਾਨ ਦੇਣ ਵਾਲੇ ਪ੍ਰਭੂ, ਹੇ ਕਰਤਾਰ, ਮੂੜ ਆਦਿਕ ਦੈਂਤਾਂ ਨੂੰ ਨਾਸ ਕਰਨ ਵਾਲੇ ਤੁਸਾਂ ਅਵਤਾਰ ਧਾਰਨ ਕੀਤਾ ਹੈ, ਤਾਂ ਮੈਨੂੰ ਇਹ ਨਿਸ਼ਚਾ ਹੈ। ਇਸ ਵਾਸਤੇ ਜੇ ਮੇਰੀ ਸ਼ਰਧਾ ਸੱਚੀ ਹੈ ਤਾਂ ਕੱਲ ਅੰਮ੍ਰਿਤ ਵੇਲੇ ਪ੍ਰਗਟ ਹੋ ਜਾਓ ਅਤੇ ਆਪਣੇ ਦਾਸਾਂ ਦਾ ਸ਼ੋਕ ਦੂਰ ਕਰਕੇ ਮੂਰਖ ਹੰਕਾਰੀਆਂ ਨੂੰ ਸੋਗ ਪਾ ਦਿਓ। ਹੇ ਭਗਤ ਵਸ਼ਲ, ਦੀਨ ਦਿਆਲ, ਨਹਿ ਕਲੰਕ, ਪਤਿਤ ਪਾਵਨ, ਤੁਸਾਂ ਜਗਤ ਦੇ ਦੂਰ ਕਰਨ ਵਾਸਤੇ ਅਵਤਾਰ ਧਾਰਿਆ ਹੈ। ਇਸ ਪ੍ਰਕਾਰ ਸਰੀਰ ਤਿਆਗਣਾ ਤੁਹਾਡੇ ਵਾਸਤੇ ਠੀਕ ਨਹੀਂ ਹੈ। ਤੁਸੀਂ ਅੰਤਰ ਧਿਆਨ ਕਿਉਂ ਹੋ ਗਏ ਹੋ? ਆਣ ਕੇ ਦਰਸ਼ਨ ਦਿਓ। ਆਪ ਜੀ ਦੇ ਪਰਿਵਾਰ ਦਾ ਕਵਲਾਂ ਦਾ ਸਾਰਾ ਬਾਗ ਹੀ ਕੁਮਲਾ ਗਿਆ ਹੈ। ਸਵੇਰੇ ਸੂਰਜ ਵਾਂਗ ਆਓ, ਇਹਨਾਂ ਕਵਲਾਂ ਦਾ ਮੁੱਖ ਤੁਹਾਡੇ ਸੂਰਜ ਸਰੂਪ ਨੂੰ ਵੇਖ ਕੇ ਜਾਵੇ। ਹੇ ਮਹਾਰਾਜ, ਮੈਂ ਜੋ ਧਰਤੀ ਤੇ ਸਿਰ ਰੱਖ ਕੇ ਪ੍ਰਤਿਗਿਆ ਕੀਤੀ ਹੈ ਉਹ ਮੇਰੀ ਪੂਰੀ ਕਰੋ। ਇਸ ਤਰ੍ਹਾਂ ਬੇਬੇ ਨਾਨਕੀ ਜੀ ਸਾਰੀ ਰਾਤ ਹੀ ਆਰਾਧਨਾ ਕਰਦੀ ਰਹੀ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਸਰਬ ਰੈਨ ਬਿਨ ਸੈਨ ਕੇ ਕਹਿਤਤ ਸੂਜਸ ਕੇ ਬੈਨ, ਭਰਾਤ ਆਰਾਧਤ ਹੀਤ ਕਰ ਹਿਰਦੇ ਚਿਤਵ ਗੁਣ ਐਨ।